मैं दਫ਼ਤਰੋਂ ਆਉਂਦੇ ਸਮੇਂ ਗੁਲਾਬ ਦੇ ਫੁੱਲ ਲੈ ਕੇ ਆਇਆ ਸੀ। ਮੈਂ ਸੋਚਿਆ ਇਹ ਗੁਲਾਬ ਦੇ ਫੁੱਲ ਅਤੇ ਉਸ ਨੂੰ ਉਹ ਪਿਆਰ ਵੀ ਦੇਵਾਂਗਾ ਜਿਸ ਦੀ ਉਹ ਹੱਕਦਾਰ ਹੈ। ਮੇਨ ਗੇਟ ਦੀ ਚਾਬੀ ਮੇਰੇ ਕੋਲ ਸੀ। ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੈਨੂੰ ਜੋਤ ਅਤੇ ਪਿੰਕੀ ਦੇ ਹੱਸਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਿੰਕੀ ਮੇਰੀ 20 ਸਾਲ ਦੀ ਬੇਟੀ ਸੀ ਤੇ ਜੋਤ 24 ਸਾਲ ਦੀ ਮੇਰੀ ਪਤਨੀ। ਮੈਨੂੰ ਪਤਾ ਸੀ ਕਿ ਮੇਰੀ ਬੇਟੀ ਪਿੰਕੀ ਜੋਤ ਨਾਲ ਬੈਠ ਕੇ ਗੱਪਾਂ ਮਾਰ ਰਹੀ ਹੋਵੇਗੀ। ਇਸ ਤਰ੍ਹਾਂ ਹੀ ਹੁੰਦਾ ਸੀ। ਜਦੋਂ ਉਹ ਦੋਵੇਂ ਇਕੱਠੀਆਂ ਹੁੰਦੀਆਂ ਤਾਂ ਘਰ ਵਿੱਚ ਰੌਣਕ ਆ ਜਾਂਦੀ ਸੀ। ਮੇਰੇ ਘਰ ਦੀਆਂ ਖੁਸ਼ੀਆਂ ਦੋਹਾਂ ਦੀ ਬਦੌਲਤ ਹੀ ਸਨ। ਮੈਂ ਬਹੁਤ ਹੌਲੀ-ਹੌਲੀ ਉਹਨਾਂ ਦੇ ਕਮਰੇ ਵਿੱਚ ਪਹੁੰਚਿਆ, ਪਰ ਉਹਨਾਂ ਵਿਚਕਾਰ ਜੋ ਗੱਲਾਂ ਹੋ ਰਹੀਆਂ ਸੀ ਉਹ ਸੁਣ ਕੇ ਮੇਰੀ ਰੂਹ ਕੰਬ ਗਈ। ਗੁਲਾਬ ਦੇ ਫੁੱਲ ਮੇਰੇ ਹੱਥੋਂ ਨਿਕਲ ਕੇ ਜ਼ਮੀਨ ਤੇ ਡਿੱਗ ਪਏ ਜੋ ਮੈਂ ਜੋਤ ਲਈ ਲੈ ਕੇ ਆਇਆ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਪੱਥਰ ਬਣ ਗਿਆ। ਜਦੋਂ ਮੇਰੀ ਧੀ 10 ਸਾਲ ਦੀ ਸੀ ਤਾਂ ਮੇਰੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਮੈਂ ਦੁਬਾਰਾ ਵਿਆਹ ਨਹੀਂ ਕੀਤਾ। ਮੈਂ ਆਪਣੀ ਧੀ ਨੂੰ ਮਾਂ ਅਤੇ ਪਿਤਾ ਦੋਹਾਂ ਦਾ ਪਿਆਰ ਦਿੱਤਾ, ਪਰ ਫਿਰ ਵੀ ਉਹ ਚੁੱਪਚਾਪ ਰਹਿੰਦੀ ਸੀ ਅਤੇ ਇਸ ਦਾ ਕਾਰਨ ਇਹ ਸੀ ਕਿ ਮੈਂ ਉਸ ਨੂੰ ਪੂਰਾ ਸਮਾਂ ਨਹੀਂ ਦੇ ਸਕਿਆ ਕਿਉਂਕਿ ਮੈਂ ਸਾਰਾ ਦਿਨ ਕੰਮ ਤੇ ਹੁੰਦਾ ਸੀ। ਹਾਲਾਂਕਿ ਮੈਂ ਘਰ ਵਿੱਚ ਇੱਕ ਨੌਕਰਾਣੀ ਵੀ ਰੱਖੀ ਹੋਈ ਸੀ ਜੋ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੀ ਸੀ ਅਤੇ ਜਦੋਂ ਮੈਂ ਘਰ ਆਉਂਦਾ ਤਾਂ ਉਹ ਆਪਣੇ ਘਰ ਚਲੀ ਜਾਂਦੀ। ਮੈਂ ਬਾਕੀ ਦਾ ਸਮਾਂ ਉਸ ਨੂੰ ਦੇਣ ਦੀ ਪੂਰੀ ਕੋਸ਼ਿਸ਼ ਕਰਦਾ। ਮੈਂ ਉਸ ਨੂੰ ਉਸ ਦੀ ਸਕੂਲ ਦੇ ਰੁਟੀਨ ਬਾਰੇ ਪੁੱਛਦਾ। ਉਹ ਆਪਣੇ ਅਧਿਆਪਕ ਅਤੇ ਦੋਸਤਾਂ ਬਾਰੇ ਗੱਲਾਂ ਕਰਦੀ ਸੀ, ਪਰ ਉਹ ਖੁੱਲ੍ਹ ਕੇ ਗੱਲ ਨਹੀਂ ਕਰਦੀ ਸੀ। ਉਹ ਸਿਰਫ ਸਵਾਲਾਂ ਦਾ ਜਵਾਬ ਹੀ ਦਿੰਦੀ ਸੀ। ਮੈਨੂੰ ਅਹਿਸਾਸ ਹੋ ਗਿਆ ਕਿ ਮੇਰੀ ਧੀ ਪਿੰਕੀ ਉਦਾਸ ਰਹਿੰਦੀ ਹੈ। ਜਦੋਂ ਤੱਕ ਉਸ ਦੀ ਜ਼ਿੰਦਗੀ ਵਿੱਚ ਜੋਤ ਨਹੀਂ ਆ ਗਈ ਸੀ। ਜੋਤ ਕੁਝ ਸਾਲ ਪਹਿਲਾਂ ਹੀ ਸਾਡੇ ਗੁਆਂਢ ਵਿੱਚ ਆਈ ਸੀ ਅਤੇ ਮੇਰੀ ਧੀ ਦੇ ਸਕੂਲ ਵਿੱਚ ਪੜ੍ਹਦੀ ਸੀ। ਉਹ ਮੇਰੀ ਬੇਟੀ ਨਾਲੋਂ 4-5 ਸਾਲ ਵੱਡੀ ਸੀ। ਹੁਣ ਮੇਰੀ ਧੀ ਪਿੰਕੀ ਹਰ ਵੇਲੇ ਜੋਤ ਦੇ ਘਰ ਜਾਂਦੀ ਰਹਿੰਦੀ ਜਾਂ ਜੋਤ ਸਾਡੇ ਘਰ ਆ ਜਾਂਦੀ। ਜੋਤ ਦੇ ਮਾਤਾ-ਪਿਤਾ ਮਰ ਚੁੱਕੇ ਸੀ। ਉਹ ਆਪਣੇ ਚਾਚੇ ਕੋਲ ਰਹਿੰਦੀ ਸੀ। ਉਸਦੇ ਚਾਚਾ ਜੀ ਨਾਲ ਵੀ ਬਹੁਤ ਵਧੀਆ ਬੋਲਚਾਲ ਸੀ। ਮੈਂ ਆਪਣਾ ਕਾਰੋਬਾਰ ਚਲਾ ਰਿਹਾ ਸੀ ਜੋ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਸੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ। ਮੇਰੀ ਜ਼ਿੰਦਗੀ ਦਾ ਇੱਕੋ ਇੱਕ ਦੁੱਖ ਇਹ ਸੀ ਕਿ ਮੇਰੀ ਪਤਨੀ ਮੇਰੇ ਨਾਲ ਨਹੀਂ ਸੀ। ਉਹ ਮੈਨੂੰ ਛੱਡ ਕੇ ਚਲੀ ਗਈ ਸੀ, ਪਰ ਮੈਂ ਫਿਰ ਕਦੇ ਕਿਸੇ ਵੱਲ ਨਹੀਂ ਦੇਖਿਆ ਕਿਉਂਕਿ ਮੈਂ ਆਪਣੀ ਪਤਨੀ ਦੀਪਤੀ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਬਹੁਤ ਬੁੱਢਾ ਨਹੀਂ ਲੱਗਦਾ ਸੀ ਕਿਉਂਕਿ ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋਇਆ ਸੀ ਤੇ ਦੀਪਤੀ ਵੀ ਮੇਰੀ ਦੋਸਤ ਸੀ। ਸਾਡੇ ਵਿਚਕਾਰ ਬਹੁਤ ਪਿਆਰ ਸੀ। ਇਹੀ ਕਾਰਨ ਸੀ ਕਿ ਮੈਂ ਉਸ ਦੀ ਥਾਂ ਕਿਸੇ ਹੋਰ ਨੂੰ ਨਹੀਂ ਦੇ ਸਕਿਆ। ਸਾਡੀ ਕਿਸਮਤ ਵਿੱਚ ਲੰਬੇ ਸਮੇਂ ਲਈ ਇਕੱਠੇ ਰਹਿਣਾ ਨਹੀਂ ਸੀ। ਜਦੋਂ ਤੋਂ ਮੇਰੀ ਧੀ ਦੀ ਜੋਤ ਨਾਲ ਦੋਸਤੀ ਹੋਈ ਸੀ, ਉਹ ਹੱਸਣ ਲੱਗ ਪਈ ਸੀ। ਉਸਨੇ ਗੱਲਬਾਤ ਸ਼ੁਰੂ ਕਰ ਦਿੱਤੀ ਸੀ। ਘਰ ਵਿੱਚ ਰੌਣਕ ਜਿਹੀ ਲੱਗੀ ਰਹਿੰਦੀ। ਜਿਸ ਸਮੇਂ ਉਹ ਦੋਵੇਂ ਰਸੋਈ ਵਿੱਚ ਹੁੰਦੀਆਂ ਅਤੇ ਕੁਝ ਖਾਣਾ ਬਣਾ ਰਹੀਆਂ ਹੁੰਦੀਆਂ ਤਾਂ ਸਾਰੀ ਰਸੋਈ ਵਿੱਚ ਬਹੁਤ ਹਲਚਲ ਹੁੰਦੀ ਅਤੇ ਬਾਅਦ ਵਿੱਚ ਉਹ ਮੈਨੂੰ ਆਪਣੇ ਬਣਾਏ ਖਾਣੇ ਦਾ ਸਵਾਦ ਚਖਾਉਂਦੀਆਂ ਅਤੇ ਉਹ ਜਿਹੋ ਜਿਹਾ ਵੀ ਬਣਾਉਂਦੀਆਂ ਮੈਂ ਕਹਿੰਦਾ ਕਿ ਬਹੁਤ ਮਜ਼ੇਦਾਰ ਹੈ। ਮੇਰੀ ਨਜ਼ਰ ਵਿੱਚ ਜੋਤ ਵੀ ਮੇਰੀ ਧੀ ਪਿੰਕੀ ਵਰਗੀ ਸੀ। ਮੈਂ ਉਸ ਨੂੰ ਵੀ ਧੀ ਕਹਿ ਕੇ ਬੁਲਾਉਂਦਾ ਸੀ। ਸਮਾਂ ਬੀਤਦਾ ਰਿਹਾ ਤੇ ਉਹ ਦੋਵੇਂ ਇੰਟਰਮੀਡੀਏਟ ਪਾਸ ਕਰ ਗਈਆਂ। ਪਿੰਕੀ ਨੇ ਪ੍ਰੀ ਇੰਜੀਨੀਅਰਿੰਗ ਬਹੁਤ ਚੰਗੇ ਨਾਲ ਪਾਸ ਕੀਤੀ ਸੀ। ਇਸ ਲਈ ਮੈਂ ਉਸ ਨੂੰ ਕਿਹਾ ਕਿ ਇਸ ਵਾਰ ਮੈਂ ਉਸ ਨੂੰ ਉਹ ਤੋਹਫਾ ਦੇਵਾਂਗਾ ਜੋ ਉਹ ਚਾਹੇਗੀ। ਮੈਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ। ਪਰ ਪਿੰਕੀ ਨੇ ਮੇਰੇ ਤੋਂ ਜੋ ਮੰਗਿਆ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਪਿੰਕੀ ਨੇ ਮੈਨੂੰ ਕਿਹਾ ਕਿ ਪਾਪਾ ਜੀ ਤੁਸੀਂ ਜੋਤ ਨਾਲ ਵਿਆਹ ਕਰਵਾ ਲਓ। ਪਿੰਕੀ ਦੀ ਗੱਲ ਸੁਣ ਕੇ ਮੇਰਾ ਮਨ ਉਲਝਣ ਵਿੱਚ ਪੈ ਗਿਆ ਕਿ ਪਿੰਕੀ ਨੇ ਇਹ ਕੀ ਕਹਿ ਦਿੱਤਾ। ਮੈਂ ਪਿੰਕੀ ਵੱਲ ਗੁੱਸੇ ਨਾਲ ਦੇਖਣ ਲੱਗਿਆ। ਮੈਂ ਕਿਹਾ ਤੂੰ ਹੋਸ਼ ਵਿੱਚ ਤਾਂ ਹੈ। ਤੈਨੂੰ ਇਸ ਤਰ੍ਹਾਂ ਦੀ ਗੱਲ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਉਹ ਤੇਰੀ ਦੋਸਤ ਹੈ। ਉਹ ਮੇਰੇ ਲਈ ਧੀ ਵਰਗੀ ਹੈ ਤੇ ਤੂੰ ਵਿਆਹ ਦੀ ਗੱਲ ਕਰ ਰਹੀ ਹੈ। ਮੇਰੀ ਬੇਟੀ ਮੈਨੂੰ ਕਹਿਣ ਲੱਗੀ ਕਿ ਉਹ ਮੇਰੀ ਬਹੁਤ ਚੰਗੀ ਦੋਸਤ ਹੈ। ਮੇਰੀ ਉਸ ਨਾਲ ਬਹੁਤ ਗੂੜੀ ਦੋਸਤੀ ਹੈ। ਪਾਪਾ ਮੈਂ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਤੁਸੀਂ ਕਿਰਪਾ ਕਰਕੇ ਉਸ ਨਾਲ ਵਿਆਹ ਕਰ ਲਓ। ਮੈਨੂੰ ਜੋਤ ਚਾਹੀਦੀ ਹੈ। ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ ਉਹ ਕੋਈ ਚੀਜ਼ ਨਹੀਂ ਜੋ ਤੈਨੂੰ ਦੇ ਦਿਆਂ। ਉਸ ਵਿੱਚ ਵੀ ਜਾਨ ਹੈ। ਮੈਂ ਉਸ ਨੂੰ ਵੀ ਤਾਂ ਤੇਰੇ ਵਾਂਗ ਪਿਆਰ ਕਰਦਾ। ਮੈਂ ਕਿਸੇ ਵੀ ਕੀਮਤ ਤੇ ਇਹ ਕਦਮ ਨਹੀਂ ਚੁੱਕਾਂਗਾ ਜਿਸ ਨਾਲ ਮੈਨੂੰ ਜੋਤ ਤੇ ਉਸਦੇ ਚਾਚਾ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਇਹ ਸਭ ਸੁਣ ਕੇ ਮੇਰਾ ਤਾਂ ਦਿਮਾਗ ਚੱਕਰਾ ਗਿਆ। ਉਹ ਕੁੜੀ ਮੇਰੇ ਬਾਰੇ ਕੀ ਸੋਚਦੀ ਹੋਵੇਗੀ। ਹਾਲਾਂਕਿ ਮੈਂ ਉਸ ਵਿੱਚ ਅਤੇ ਤੇਰੇ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ। ਤੇਰੇ ਵਾਂਗ ਮੈਂ ਜੋਤ ਨੂੰ ਵੀ ਆਪਣੀ ਧੀ ਸਮਝਦਾ ਹਾਂ। ਧਿਆਨ ਰੱਖ ਕੇ ਤੂੰ ਮੈਨੂੰ ਦੁਬਾਰਾ ਅਜਿਹੀ ਗੱਲ ਨਹੀਂ ਕਹੇਗੀ। ਅੱਜ ਤੱਕ ਮੈਂ ਆਪਣੀ ਬੇਟੀ ਨੂੰ ਕਦੇ ਨਹੀਂ ਝਿੜਕਿਆ ਸੀ, ਪਰ ਅੱਜ ਉਸ ਦੀ ਗੱਲ ਅਜਿਹੀ ਸੀ ਕਿ ਮੇਰੇ ਬੋਲਣ ਦਾ ਅੰਦਾਜ਼ ਕਠੋਰ ਹੋ ਗਿਆ। ਮੇਰਾ ਮਨ ਸਵੀਕਾਰ ਨਹੀਂ ਕਰ ਰਿਹਾ ਸੀ ਕਿ
ਉਹ ਇਹ ਸਭ ਕਿਵੇਂ ਸੋਚ ਸਕਦੀ ਹੈ। ਮੇਰੀਆਂ ਸਖਤ ਗੱਲਾਂ ਸੁਣ ਕੇ ਮੇਰੀ ਬੇਟੀ ਰੋਂਦੀ ਹੋਈ ਮੇਰੇ ਕੋਲੋਂ ਉੱਠ ਕੇ ਚਲੀ ਗਈ। ਮੈਂ ਸੋਚਿਆ ਕਿ ਉਹ ਆਪਣੇ ਆਪ ਸਮਝ ਜਾਵੇਗੀ, ਪਰ ਮੈਂ ਇਸ ਨੂੰ ਪੂਰੀ ਤਰ੍ਹਾਂ ਭੁੱਲ ਗਿਆ। ਮੇਰੀ ਬੇਟੀ ਨੇ ਖਾਣਾ ਪੀਣਾ ਤੱਕ ਛੱਡ ਦਿੱਤਾ ਤੇ ਆਪਣੇ ਕਮਰੇ ਵਿੱਚ ਹੀ ਪਈ ਰਹਿੰਦੀ। ਮੈਂ ਕਾਰਨ ਪੁੱਛਦਾ ਤਾਂ ਉਹ ਕਹਿੰਦੀ, ਤੁਸੀਂ ਜੋਤ ਨਾਲ ਵਿਆਹ ਲਈ ਰਾਜ਼ੀ ਹੋ ਜਾਓ। ਮੈਂ ਉਸ ਦੇ ਕਹਿਣ ਤੇ ਕਿਸੇ ਕੁੜੀ ਦੀ ਜ਼ਿੰਦਗੀ ਕਿਵੇਂ ਖਰਾਬ ਕਰ ਸਕਦਾ ਸੀ। ਮੈਂ ਆਪਣੀ ਬੇਟੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਸਭ ਪਾਗਲਪਣ ਦੀਆਂ ਗੱਲਾਂ ਹਨ, ਪਰ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਹ 2 ਦਿਨ ਤੱਕ ਭੁੱਖੀ ਰਹੀ। ਤੀਜੇ ਦਿਨ ਉਹ ਕਮਜ਼ੋਰੀ ਕਾਰਨ ਬੇਹੋਸ਼ ਹੋ ਗਈ। ਮੈਂ ਹੁਣ ਉਸ ਦੇ ਸਾਹਮਣੇ ਆਪਣੇ ਆਪ ਨੂੰ ਬੇਵਸ ਮਹਿਸੂਸ ਕਰ ਰਿਹਾ ਸੀ। ਜੇ ਮੈਂ ਉਸ ਦੀ ਗੱਲ ਮੰਨ ਵੀ ਲੈਂਦਾ ਤਾਂ ਉਸ ਦਾ ਚਾਚਾ ਇਹ ਸੁਣਦੇ ਹੀ ਉਸ ਨੂੰ ਸਾਡੇ ਘਰੇ ਭੇਜਣਾ ਬੰਦ ਕਰ ਦਿੰਦਾ। ਬੇਹੋਸ਼ੀ ਵਿੱਚ ਵੀ ਮੇਰੀ ਬੇਟੀ ਜੋਤ ਦਾ ਨਾਂ ਲੈ ਰਹੀ ਸੀ, ਪਰ ਹੁਣ ਤੱਕ ਮੈਂ ਇਸ ਗੱਲ ਦੀ ਜਾਣਕਾਰੀ ਜੋਤ ਨੂੰ ਨਹੀਂ ਦਿੱਤੀ ਸੀ। ਪਰ ਹੁਣ ਮੈਂ ਬੇਵਸ ਹੋ ਗਿਆ ਸੀ। 3 ਦਿਨਾਂ ਦੇ ਅੰਦਰ ਮੇਰੀ ਬੇਟੀ ਦਾ ਚਿਹਰਾ ਮੁਰਝਾ ਗਿਆ। ਬੇਵਸ ਹੋ ਕੇ ਮੈਂ ਆਪਣੀ ਬੱਚੀ ਦੀ ਹਾਲ ਦੇਖ ਕੇ ਮੈਂ ਜੋਤ ਨੂੰ ਫੋਨ ਕੀਤਾ। ਪਿੰਕੀ ਦੇ ਬਿਮਾਰ ਹੋਣ ਦੀ ਖਬਰ ਸੁਣਦਿਆਂ ਹੀ ਜੋਤ ਤੁਰੰਤ ਹਸਪਤਾਲ ਦੇ ਕਮਰੇ ਵਿੱਚ ਪਹੁੰਚ ਗਈ ਅਤੇ ਸਿੱਧੀ ਪਿੰਕੀ ਦੇ ਕੋਲ ਜਾ ਕੇ ਖੜੀ ਹੋ ਗਈ। ਜੋਤ ਕਹਿਣ ਲੱਗੀ, ਤੈਨੂੰ ਕੀ ਹੋ ਗਿਆ ਹੈ? ਜੋਤ ਪਿੰਕੀ ਲਈ ਬੇਹੱਦ ਚਿੰਤਾ ਵਿੱਚ ਸੀ। ਜੋਤ ਦੀ ਆਵਾਜ਼ ਸੁਣ ਕੇ ਪਿੰਕੀ ਨੇ ਵੀ ਅੱਖਾਂ ਖੋਲ੍ਹੀਆਂ ਤੇ ਆਪਣੇ ਸਾਹਮਣੇ ਜੋਤ ਨੂੰ ਦੇਖ ਕੇ ਰੋਣ ਲੱਗ ਪਈ। ਉਸਨੇ ਕਿਹਾ, ਮੇਰੇ ਪਿਤਾ ਜੀ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ। ਉਹ ਮੇਰੀ ਛੋਟੀ ਜਿਹੀ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹਨ। ਮੈਂ ਆਪਣੇ ਪਿਤਾ ਜੀ ਨੂੰ ਤੇਰੇ ਨਾਲ ਵਿਆਹ ਕਰਨ ਲਈ ਕਿਹਾ ਸੀ, ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਉਹ ਮੇਰੀ ਇੰਨੀ ਗੱਲ ਮੰਨਣ ਲਈ ਵੀ ਤਿਆਰ ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਪਿੰਕੀ ਜੋਤ ਦੇ ਸਾਹਮਣੇ ਇਹ ਗੱਲ ਕਰ ਦੇਵੇਗੀ। ਪਤਾ ਨਹੀਂ ਉਹ ਕੀ ਸੋਚ ਰਹੀ ਹੋਵੇਗੀ ਮੇਰੇ ਬਾਰੇ। ਇਹ ਪਿੰਕੀ ਵੀ ਪਤਾ ਨਹੀਂ ਕਿਹੋ ਜਿਹੀ ਕੁੜੀ ਆ। ਮੈਂ ਝਟ ਕਮਰੇ ਵਿੱਚੋਂ ਨਿਕਲ ਕੇ ਬਾਹਰ ਖੜਾ ਹੋ ਗਿਆ। ਮੈਂ ਜੋਤ ਨਾਲ ਅੱਖਾਂ ਕਿਵੇਂ ਮਿਲਾ ਸਕਦਾ ਸੀ? ਮੇਰੀ ਬੇਟੀ ਨੇ ਮੈਨੂੰ ਜੋਤ ਦੇ ਸਾਹਮਣੇ ਸ਼ਰਮਿੰਦਾ ਕਰ ਦਿੱਤਾ। ਮੈਂ ਜੇਬ ਵਿੱਚੋਂ ਸਿਗਰਟ ਕੱਢੀ, ਜਗਾਈ ਅਤੇ ਸਿਗਰਟ ਪੀਣ ਲੱਗ ਗਿਆ। ਮੈਂ ਸਿਗਰਟ ਦਾ ਆਦੀ ਨਹੀਂ ਸੀ, ਪਰ ਮੇਰੀ ਧੀ ਨੇ ਮੈਨੂੰ ਜੋ ਮੁਸੀਬਤ ਦਿੱਤੀ ਸੀ, ਉਸ ਕਾਰਨ ਮੈਂ ਚਿੰਤਾ ਤੇ ਉਦਾਸੀ ਦੇ ਕਾਰਨ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਜੋਤ ਬਾਹਰ ਆਈ। ਮੈਂ ਕਮਰੇ ਦੇ ਬਾਹਰ ਹੀ ਖੜਾ ਸੀ। ਜਿਵੇਂ ਹੀ ਮੈਂ ਜੋਤ ਵੱਲ ਦੇਖਿਆ ਤਾਂ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ। ਕੁਝ ਨਾ ਕਰਨ ਦੇ ਬਾਵਜੂਦ ਵੀ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਸੀ। ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ, ਮੇਰੇ ਨਾਲ ਵਿਆਹ ਕਰ ਲਓ ਦੀਪ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਅੱਜ ਤੱਕ ਜਿਹੜੀ ਕੁੜੀ ਮੈਨੂੰ ਅੰਕਲ ਅੰਕਲ ਕਹਿ ਕੇ ਬੁਲਾਉਂਦੀ ਸੀ, ਉਹ ਮੇਰਾ ਨਾਂ ਲੈ ਕੇ ਕਹਿ ਰਹੀ ਸੀ ਕਿ ਦੀਪ ਮੇਰੇ ਨਾਲ ਵਿਆਹ ਕਰ ਲਓ। ਮੈਂ ਉੱਥੇ ਘਬਰਾਹਟ ਵਿੱਚ ਖੜਾ ਸੀ। ਮੈਂ ਸੋਚਿਆ ਸ਼ਾਇਦ ਪਿੰਕੀ ਨੇ ਇਸ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਹੈ, ਜਿਵੇਂ ਉਹ ਮੈਨੂੰ ਲੰਬੇ ਸਮੇਂ ਤੋਂ ਬਲੈਕਮੇਲ ਕਰ ਰਹੀ ਸੀ। ਮੈਂ ਕਿਹਾ, ਪਿੰਕੀ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲੈ। ਉਹ ਤਾਂ ਮੂਰਖ ਹੈ। ਮੈਂ ਤੈਨੂੰ ਕਦੇ ਇਸ ਨਜ਼ਰ ਨਾਲ ਨਹੀਂ ਦੇਖਿਆ ਅਤੇ ਨਾ ਹੀ ਮੈਂ ਤੈਨੂੰ ਕਦੇ ਦੇਖ ਸਕਦਾ ਹਾਂ। ਤੂੰ ਮੇਰੀ ਧੀ ਦੀ ਦੋਸਤ ਹੈ। ਮੈਂ ਤੈਨੂੰ ਪਿੰਕੀ ਵਾਂਗ ਪਿਆਰ ਕਰਦਾ ਹਾਂ। ਪਿੰਕੀ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ, ਪਰ ਕਿਰਪਾ ਕਰਕੇ ਉਸ ਦੀਆਂ ਗੱਲਾਂ ਦਾ ਬੁਰਾ ਨਾ ਮੰਨੀ। ਉਹ ਤੈਨੂੰ ਪਿਆਰ ਕਰਦੀ ਹੈ ਤੇ ਇਸ ਪਿਆਰ ਦੇ ਕਾਰਨ ਉਹ ਇਹ ਫालतू ਗੱਲਾਂ ਮਨ ਵਿੱਚ ਲੈ ਕੇ ਬੈਠੀ ਹੈ। ਇਸ ਲਈ ਉਸਨੇ ਤੈਨੂੰ ਇਹ ਸਭ ਕਿਹਾ, ਪਰ ਚਿੰਤਾ ਨਾ ਕਰ, ਮੈਂ ਉਸ ਨੂੰ ਸਮਝਾ ਦੇਵਾਂਗਾ। ਉਹ ਕਹਿਣ ਲੱਗੀ, ਇਹ ਸਿਰਫ ਪਿੰਕੀ ਦੀ ਨਹੀਂ, ਮੇਰੀ ਵੀ ਇੱਛਾ ਹੈ। ਜੋਤ ਦੀ ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਬੜੀ ਹੈਰਾਨੀ ਅਤੇ ਅਵਿਸ਼ਵਾਸ ਨਾਲ ਉਸ ਵੱਲ ਦੇਖ ਰਿਹਾ ਸੀ। ਮੈਨੂੰ ਲੱਗਾ ਕਿ ਮੇਰੇ ਕੋਲ ਸ਼ਬਦ ਹੀ ਖਤਮ ਹੋ ਗਏ ਹਨ। ਮੈਂ ਕੀ ਸੁਣ ਰਿਹਾ ਹਾਂ? ਮੇਰੀ ਤਾਂ ਬੋਲਤੀ ਬੰਦ ਹੋ ਗਈ। ਮੈਨੂੰ ਉਸ ਲਈ ਤਰਸ ਵੀ ਆ ਰਿਹਾ ਸੀ ਤੇ ਗੁੱਸਾ ਵੀ। ਉਹ ਕੁੜੀ ਮੇਰੇ ਬਾਰੇ ਇਹ ਸਭ ਕਿਵੇਂ ਸੋਚ ਸਕਦੀ ਸੀ? ਮੈਂ ਉਸ ਦੇ ਪਿਤਾ ਦੀ ਉਮਰ ਦਾ ਹਾਂ। ਮੈਨੂੰ ਲੱਗਾ ਕਿ ਮੈਨੂੰ ਉਸ ਨਾਲ ਗੱਲ ਹੀ ਨਹੀਂ ਕਰਨੀ ਚਾਹੀਦੀ। ਇਸ ਲਈ ਮੈਂ ਆਪਣਾ ਮੂੰਹ ਫੇਰ ਲਿਆ ਤੇ ਆਪਣੇ ਹੱਥਾਂ ਵਿੱਚ ਫੜੀ ਸਿਗਰਟ ਨੂੰ ਬੁੱਲਾਂ ਵਿੱਚ ਦਬਾ ਲਿਆ। ਮੇਰੇ ਚਿਹਰੇ ਤੇ ਗੁੱਸੇ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਅੱਜ ਤੋਂ ਸਾਡੇ ਘਰ ਨਾ ਆਈ। ਮੈਂ ਤੁਹਾਡੇ ਬਾਰੇ ਕੀ ਸੋਚ ਰਿਹਾ ਹਾਂ ਤੇ ਤੁਸੀਂ ਕੀ ਕਹਿ ਰਹੇ ਹੋ? ਤੁਹਾਨੂੰ ਦੋਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਹੈਰਾਨ ਸੀ ਕਿ ਉਹ ਅਜਿਹਾ ਕਿਉਂ ਚਾਹੁੰਦੀ ਸੀ। ਉਹ ਸੋਹਣੀ ਸੀ, ਜਵਾਨ ਸੀ, ਉਸ ਨੂੰ ਕੋਈ ਵੀ ਚੰਗਾ ਮੁੰਡਾ ਮਿਲ ਸਕਦਾ ਸੀ। ਮੈਂ ਘਬਰਾ ਗਿਆ, ਪਰ ਉਹ ਬੜੇ ਸ਼ਾਂਤ ਢੰਗ ਨਾਲ ਖੜੀ ਸੀ ਤੇ ਮੈਨੂੰ ਕਹਿਣ ਲੱਗੀ, ਦੀਪ, ਭਾਵੇਂ ਤੁਸੀਂ ਮੈਨੂੰ ਆਪਣੀ ਧੀ ਸਮਝਦੇ ਹੋ, ਪਰ ਮੈਂ ਤੁਹਾਡੀ ਅਸਲੀ ਧੀ ਨਹੀਂ ਹਾਂ। ਮੈਂ ਤੁਹਾਨੂੰ ਪਸੰਦ ਕਰਦੀ ਹਾਂ ਤੇ ਤੁਸੀਂ ਇੰਨੇ ਬੁੱਢੇ ਨਹੀਂ ਹੋ, ਨਾ ਹੀ ਤੁਸੀਂ ਦਿਖਾਈ ਦਿੰਦੇ ਹੋ। ਮੈਨੂੰ ਕੋਈ ਇਤਰਾਜ਼ ਨਹੀਂ, ਤਾਂ ਤੁਸੀਂ ਪਿੰਕੀ ਦੀ ਇੱਛਾ ਪੂਰੀ ਕਿਉਂ ਨਹੀਂ ਕਰ ਦਿੰਦੇ? ਮੈਂ ਕਿਹਾ, ਜੇ ਤੇਰੇ ਚਾਚਾ ਜੀ ਨੂੰ ਤੇਰੀਆਂ ਇਹਨਾਂ ਗੱਲਾਂ ਦਾ ਪਤਾ ਲੱਗ ਜਾਵੇ ਤਾਂ ਉਹਨਾਂ ਦੀਆਂ ਨਜ਼ਰਾਂ ਵਿੱਚ ਕੀ ਇੱਜ਼ਤ ਰਹਿ ਜਾਵੇਗੀ? ਮੇਰੀ ਇੱਜ਼ਤ ਮੈਨੂੰ ਬਹੁਤ ਪਿਆਰੀ ਹੈ। ਮੈਂ ਕਦੇ ਵੀ ਅਜਿਹਾ ਕੁਝ ਨਹੀਂ ਕਰ ਸਕਦਾ ਜਿਸ ਨਾਲ ਮੈਂ ਦੂਜਿਆਂ ਦੀਆਂ ਨਜ਼ਰਾਂ ਵਿੱਚ ਡਿੱਗ ਜਾਵਾਂ। ਉਹ ਕਹਿਣ ਲੱਗੀ ਕਿ ਮੇਰੇ ਚਾਚੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਬਸ ਮੇਰੇ ਨਾਲ ਵਿਆਹ ਕਰ ਲਓ।
ਮੇਰੇ ਲਈ ਇਹ ਵੀ ਹੈਰਾਨੀ ਵਾਲੀ ਗੱਲ ਸੀ, ਉਸਦਾ ਚਾਚਾ ਆਪਣੀ ਭਤੀਜੀ ਦਾ ਵਿਆਹ ਇੰਨੀ ਵੱਡੀ ਉਮਰ ਦੇ ਆਦਮੀ ਨਾਲ ਕਿਉਂ ਕਰੇਗਾ। ਮੈਂ ਚੁੱਪ ਹੋ ਗਿਆ। ਜੋਤ ਦੀ ਹਿੰਮਤ ਦੇਖ ਕੇ ਮੈਂ ਹੈਰਾਨ ਸੀ। ਉਹ ਮੇਰੇ ਸਾਰੇ ਸਵਾਲਾਂ ਦੇ ਜਵਾਬ ਬੜੇ ਆਰਾਮ ਨਾਲ ਦੇ ਰਹੀ ਸੀ ਤੇ ਫਿਰ ਉੱਥੋਂ ਚਲੀ ਗਈ। ਸ਼ਾਮ ਤੱਕ ਪਿੰਕੀ ਵੀ ਠੀਕ ਹੋ ਗਈ ਸੀ, ਇਸ ਲਈ ਮੈਂ ਉਸਨੂੰ ਘਰ ਲੈ ਆਇਆ। ਉਹ ਫਿਰ ਕਹਿਣ ਲੱਗੀ ਕਿ ਹੁਣ ਤਾਂ ਜੋਤ ਨੂੰ ਵੀ ਇਸ ਮਾਮਲੇ ਤੋਂ ਕੋਈ ਇਤਰਾਜ਼ ਨਹੀਂ ਹੈ, ਫਿਰ ਤੁਸੀਂ ਸਹਿਮਤ ਕਿਉਂ ਨਹੀਂ ਹੋ ਜਾਂਦੇ। ਹੁਣ ਮੈਂ ਉਸ ਅੱਗੇ ਝੁਕ ਗਿਆ। ਮੈਨੂੰ ਵਿਆਹ ਦੀ ਲੋੜ ਨਹੀਂ ਸੀ ਅਤੇ ਨਾ ਹੀ ਮੈਂ ਵਿਆਹ ਦਾ ਚਾਹਵਾਨ ਸੀ। ਇਹ ਸਿਰਫ ਮੇਰੀ ਬੇਟੀ ਦੀ ਜਿੱਦ ਸੀ ਅਤੇ ਜਦੋਂ ਜੋਤ ਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਮੈਂ ਪਿੰਕੀ ਨੂੰ ਕਿੰਨਾ ਚਿਰ ਇਨਕਾਰ ਕਰਦਾ। ਇਸ ਲਈ ਮੈਂ ਖੁਦ ਜੋਤ ਦੇ ਅੰਕਲ ਨਾਲ ਇਸ ਗੱਲ ਦਾ ਜ਼ਿਕਰ ਕੀਤਾ। ਉਹ ਮੈਨੂੰ ਕਹਿਣ ਲੱਗਾ, ਮੈਨੂੰ ਵਿਆਹ ਵਿੱਚ ਕੋਈ ਇਤਰਾਜ਼ ਨਹੀਂ, ਤੁਸੀਂ ਇੱਕ ਚੰਗੇ ਵਿਅਕਤੀ ਹੋ। ਦਰਅਸਲ ਮੇਰੀ ਪਤਨੀ ਦਾ ਰਵੱਈਆ ਜੋਤ ਨਾਲ ਚੰਗਾ ਨਹੀਂ ਹੈ। ਮੇਰੀ ਪਤਨੀ ਜੋਤ ਦੇ ਬਹੁਤ ਪਿੱਛੇ ਪਈ ਰਹਿੰਦੀ ਹੈ। ਮੇਰੀ ਭਤੀਜੀ ਬਹੁਤ ਸਮਝਦਾਰ ਹੈ, ਤੁਸੀਂ ਉਸ ਨਾਲ ਵਿਆਹ ਕਰ ਲਓ। ਮੈਨੂੰ ਇਸ ਤੋਂ ਕੋਈ ਇਤਰਾਜ਼ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਉਸ ਨੂੰ ਖੁਸ਼ ਰੱਖ ਸਕਦੇ ਹੋ। ਤੇ ਫਿਰ ਕੁਝ ਦਿਨਾਂ ਵਿੱਚ ਉਸ ਦੇ ਨਾਲ ਮੇਰਾ ਵਿਆਹ ਬਹੁਤ ਸਾਦਗੀ ਨਾਲ ਹੋ ਗਿਆ। ਖੈਰ, ਉਸ ਦਿਨ ਉਹ ਬਹੁਤ ਖੁਸ਼ ਸੀ। ਰਾਤ ਨੂੰ ਜੋਤ ਮੇਰੇ ਕਮਰੇ ਵਿੱਚ ਮੇਰੇ ਬੈੱਡ ਤੇ ਮੇਰੀ ਪਤਨੀ ਬਣ ਕੇ ਬੈਠੀ ਸੀ, ਪਰ ਮੇਰੇ ਦਿਲ ਵਿੱਚ ਇਸ ਵਿਆਹ ਨੂੰ ਲੈ ਕੇ ਕੋਈ ਜਜ਼ਬਾਤ ਨਹੀਂ ਸਨ। ਇੰਨੀ ਕਾਹਲੀ ਵਿੱਚ ਬਣਿਆ ਇਹ ਰਿਸ਼ਤਾ, ਉਹ ਵੀ ਇੰਨੀ ਛੋਟੀ ਉਮਰ ਦੀ ਕੁੜੀ ਨਾਲ, ਜਿਸ ਲਈ ਮੈਂ ਬਿਲਕੁਲ ਵੀ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਇਸ ਲਈ ਮੈਂ ਕੁਝ ਸਮਾਂ ਬਾਹਰ ਸੋਫੇ ਤੇ ਬੈਠਾ ਰਿਹਾ। ਪਿੰਕੀ ਵੀ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਮੈਂ ਇਸ ਅਚਨਚੇਤ ਰਿਸ਼ਤੇ ਤੋਂ ਫਿਕਰਮੰਦ ਬੈਠਾ ਸੀ। ਮੈਂ ਆਪਣੇ ਆਪ ਨੂੰ ਸਮਝਾਉਣ ਲੱਗਾ ਕਿ ਜੇ ਜੋਤ ਨੂੰ ਕੋਈ ਇਤਰਾਜ਼ ਨਹੀਂ, ਉਸਨੇ ਇਸ ਰਿਸ਼ਤੇ ਨੂੰ ਦਿਲੋਂ ਸਵੀਕਾਰ ਕੀਤਾ ਹੈ, ਤਾਂ ਮੈਨੂੰ ਵੀ ਇਸ ਰਿਸ਼ਤੇ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਕੁਝ ਘਬਰਾਹਟ ਵਿੱਚ ਆਪਣੇ ਕਮਰੇ ਵਿੱਚ ਚਲਾ ਗਿਆ। ਜਿਵੇਂ ਹੀ ਮੈਂ ਕਮਰੇ ਵਿੱਚ ਦਾਖਲ ਹੋਇਆ, ਜੋਤ ਦੁਲਹਨ ਦੇ ਜੋੜੇ ਵਿੱਚ ਬੈਠੀ ਸੀ। ਮੇਰੇ ਆਉਣ ਤੇ ਉਹ ਠੀਕ ਹੋ ਕੇ ਬੈਠ ਗਈ। ਮੇਰੇ ਮਨ ਵਿੱਚ ਉਲਝਣ ਸੀ ਕਿ ਮੈਂ ਉਸ ਨਾਲ ਕੀ ਗੱਲ ਕਰਾਂ, ਕਿਉਂਕਿ ਇਸ ਵੇਲੇ ਮੇਰੇ ਮਨ ਵਿੱਚ ਉਸ ਪ੍ਰਤੀ ਕੋਈ ਭਾਵਨਾ ਨਹੀਂ ਸੀ। ਫਿਰ ਵੀ ਮੈਂ ਜਾ ਕੇ ਉਸ ਦੇ ਸਾਹਮਣੇ ਬੈਠ ਗਿਆ। ਮੈਂ ਆਪਣੀ ਜੇਬ ਵਿੱਚੋਂ ਇੱਕ ਅੰਗੂਠੀ ਕੱਢ ਕੇ ਉਸ ਦੀ ਉਂਗਲੀ ਵਿੱਚ ਪਾ ਦਿੱਤੀ। ਉਹ ਅੱਜ ਬਹੁਤ ਘਬਰਾ ਕੇ ਬੈਠੀ ਸੀ, ਇਸ ਲਈ ਮੈਂ ਗੱਲਬਾਤ ਸ਼ੁਰੂ ਕੀਤੀ। ਦੇਖੋ ਜੋਤ, ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਫਿਲਹਾਲ ਮੈਂ ਆਪਣੇ ਦਿਲ ਤੇ ਦਿਮਾਗ ਨਾਲ ਇਸ ਰਿਸ਼ਤੇ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰ ਸਕਦਾ। ਇਸ ਲਈ ਮੈਨੂੰ ਥੋੜਾ ਸਮਾਂ ਚਾਹੀਦਾ ਹੈ ਤੇ ਤੁਸੀਂ ਚਾਹੋ ਤਾਂ ਇਸ ਕਮਰੇ ਵਿੱਚ ਆਰਾਮ ਨਾਲ ਸੋ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਪਿੰਕੀ ਕੋਲ ਚਲੇ ਜਾਓ। ਮੈਂ ਸੋਚਿਆ ਕਿ ਉਹ ਇਸ ਗੱਲ ਤੋਂ ਇਤਰਾਜ਼ ਕਰ ਸਕਦੀ ਹੈ, ਕਿਉਂਕਿ ਹਰ ਕੁੜੀ ਦੇ ਆਪਣੇ ਵਿਆਹ ਬਾਰੇ ਅਤੇ ਖਾਸ ਕਰਕੇ ਵਿਆਹ ਦੀ ਪਹਿਲੀ ਰਾਤ ਬਾਰੇ ਬਹੁਤ ਸਾਰੇ ਸੁਪਨੇ ਹੁੰਦੇ ਹਨ। ਪਰ ਉਹ ਬੜੀ ਆਸਾਨੀ ਨਾਲ ਮੰਨ ਗਈ। ਉਸਨੇ ਕਿਹਾ, ਠੀਕ ਹੈ, ਤੁਸੀਂ ਆਰਾਮ ਕਰੋ, ਮੈਂ ਪਿੰਕੀ ਦੇ ਕੋਲ ਜਾ ਕੇ ਸੋ ਜਾਂਦੀ ਹਾਂ। ਸ਼ਾਇਦ ਉਸ ਨੂੰ ਬਸ ਮੇਰੀ ਇਜਾਜ਼ਤ ਦੀ ਲੋੜ ਸੀ। ਉਹ ਤੁਰੰਤ ਕਮਰੇ ਤੋਂ ਬਾਹਰ ਨਿਕਲ ਗਈ। ਇਹ ਮੇਰੇ ਲਈ ਵੀ ਹੈਰਾਨੀਜਨਕ ਸੀ। ਵਿਆਹ ਦੀ ਰਾਤ ਨੂੰ ਲੈ ਕੇ ਹਰ ਕੁੜੀ ਦੇ ਦਿਲ ਵਿੱਚ ਕਈ ਇੱਛਾਵਾਂ ਹੁੰਦੀਆਂ ਹਨ। ਫਿਰ ਉਹ ਖੁਦ ਹੀ ਮੇਰੇ ਨਾਲ ਵਿਆਹ ਕਰਾਉਣ ਦੀ ਇੱਛਾ ਰੱਖਦੀ ਸੀ। ਫਿਰ ਉਹ ਇੰਨੀ ਜਲਦੀ ਕਮਰੇ ਤੋਂ ਬਾਹਰ ਜਾਣ ਲਈ ਰਾਜ਼ੀ ਕਿਵੇਂ ਹੋ ਗਈ? ਉਸ ਮੁਤਾਬਕ ਉਹ ਮੈਨੂੰ ਪਸੰਦ ਕਰਦੀ ਸੀ। ਫਿਰ ਉਸ ਨੂੰ ਬਾਹਰ ਜਾਣ ਦੀ ਗੱਲ ਤੇ ਕੁਝ ਤਾਂ ਇਤਰਾਜ਼ ਜ਼ਰੂਰ ਹੋਣਾ ਚਾਹੀਦਾ ਸੀ। ਖੈਰ, ਮੈਂ ਸੋਚਿਆ ਕਿ ਮੈਨੂੰ ਉਸ ਨੂੰ ਸਮਾਂ ਦੇਣਾ ਚਾਹੀਦਾ ਹੈ। ਮੈਂ ਕੱਪੜੇ ਬਦਲ ਕੇ ਸੌਣ ਲਈ ਲੈਟ ਗਿਆ। ਹੁਣ ਜੋਤ ਹਰ ਰੋਜ਼ ਪਿੰਕੀ ਕੋਲ ਸੌਣ ਲੱਗ ਪਈ ਸੀ। ਉਸ ਦੇ ਨਾਲ ਹੱਸਦੀ ਹੋਈ ਗੱਲਾਂ ਕਰਦੀ। ਹਰ ਰੋਜ਼ ਜਦੋਂ ਮੈਂ ਉਹਨਾਂ ਨੂੰ ਕਾਲ ਛੱਡਣ ਜਾਂਦਾ ਤਾਂ ਉਹ ਮੇਰੇ ਨਾਲ ਵਾਲੀ ਸੀਟ ਤੇ ਬੈਠ ਜਾਂਦੀ ਤੇ ਪਿੰਕੀ ਨੂੰ ਇਹ ਕਹਿ ਕੇ ਛੇੜਦੀ ਕਿ ਹੁਣ ਮੈਨੂੰ ਇੱਥੇ ਬੈਠਣ ਦਾ ਅਧਿਕਾਰ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਪਿੰਕੀ ਮੇਰੇ ਨਾਲ ਪਹਿਲੀ ਸੀਟ ਤੇ ਬੈਠਦੀ ਸੀ। ਜੋਤ ਦੀਆਂ ਗੱਲਾਂ ਤੇ ਪਿੰਕੀ ਉੱਚੀ ਉੱਚੀ ਹੱਸਣ ਲੱਗ ਪੈਂਦੀ। ਵਿਆਹ ਨੂੰ 1 ਮਹੀਨਾ ਹੋ ਗਿਆ। ਹੁਣ ਤੱਕ ਜੋਤ ਪਿੰਕੀ ਕੋਲ ਹੀ ਸੌਂਦੀ ਸੀ ਅਤੇ ਮੈਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ, ਕਿਉਂਕਿ ਮੇਰੇ ਮਨ ਵਿੱਚ ਜੋਤ ਲਈ ਕੋਈ ਭਾਵਨਾ ਹੀ ਨਹੀਂ ਸੀ। ਇਸ ਲਈ ਮੈਨੂੰ ਇਸ ਗੱਲ ਨਾਲ ਫਰਕ ਹੀ ਨਹੀਂ ਪੈਂਦਾ ਸੀ ਉਹ ਕਿੱਥੇ ਸੌਂਦੀ ਹੈ। ਪਰ ਇੱਕ ਰਾਤ ਜੋ ਮੇਰੇ ਅਤੇ ਜੋਤ ਵਿਚਕਾਰ ਹੋਇਆ, ਉਸਨੇ ਮੈਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਉਸ ਰਾਤ ਮੈਂ ਆਪਣੇ ਕਮਰੇ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ। ਜਦੋਂ ਜੋਤ ਮੇਰੇ ਕਮਰੇ ਵਿੱਚ ਆਈ, ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਕਰਦਾ ਸੀ। ਜਦੋਂ ਮੈਂ ਉਸ ਤੋਂ ਆਉਣ ਦੀ ਵਜ੍ਹਾ ਪੁੱਛੀ ਤਾਂ ਉਸਨੇ ਮੈਨੂੰ ਦੱਸਿਆ ਕਿ ਪਿੰਕੀ ਸੋ ਗਈ ਹੈ, ਪਰ ਮੈਨੂੰ ਨੀਂਦ ਨਹੀਂ ਆ ਰਹੀ। ਮੈਨੂੰ ਤੁਹਾਡੇ ਕੋਲ ਬੈਠ ਕੇ ਗੱਲਾਂ ਕਰਨ ਦਿਓ। ਕੱਲ ਐਤਵਾਰ ਹੈ ਤੇ ਕਾਲਜ ਦੀ ਛੁੱਟੀ ਹੈ। ਮੈਂ ਕਿਹਾ, ਹਾਂ ਬੈਠੋ। ਉਹ ਮੇਰੇ ਕੋਲ ਬੈਠ ਗਈ। ਮੈਂ ਕਿਤਾਬ ਸਾਈਡ ਤੇ ਰੱਖ ਦਿੱਤੀ ਤੇ ਐਨਕਾਂ ਲਾ ਕੇ ਡੱਬੀ ਵਿੱਚ ਪਾ ਦਿੱਤੀਆਂ। ਉਹ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਹੀ ਸੀ। ਜਦੋਂ ਮੇਰੀ ਨਜ਼ਰ ਉਸ ਉੱਤੇ ਪਈ ਤਾਂ ਉਹ ਮੇਰੇ ਵੱਲ ਹੀ ਦੇਖ ਰਹੀ ਸੀ। ਅਚਾਨਕ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ। ਉਹ ਵੀ ਮੁਸਕਰਾਉਣ ਲੱਗੀ ਤੇ ਮੈਨੂੰ ਕਿਹਾ ਕਿ ਤੁਸੀਂ ਇਸ ਉਮਰ ਵਿੱਚ ਵੀ ਇੰਨੇ ਸੋਹਣੇ ਹੋ। ਤੁਸੀਂ ਆਪਣੀ ਜਵਾਨੀ ਵਿੱਚ ਤਾਂ ਹੋਰ ਵੀ ਸੁੰਦਰ ਹੋਵੋਗੇ। ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਸੀਂ ਹੋਰ ਵੀ ਪਿਆਰੇ ਲੱਗਦੇ ਹੋ।
ਤੇ ਤੁਹਾਡੀਆਂ ਇਹ ਕਾਲੀਆਂ ਅੱਖਾਂ ਕਿਸੇ ਨੂੰ ਵੀ ਪਾਗਲ ਬਣਾ ਸਕਦੀਆਂ ਹਨ। ਉਸਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣਨ ਤੋਂ ਬਾਅਦ ਮੈਂ ਕੁਝ ਪਲਾਂ ਲਈ ਸਮਝ ਨਹੀਂ ਸਕਿਆ ਕਿ ਕੀ ਜਵਾਬ ਦੇਵਾਂ। ਮੈਂ ਕਿਹਾ, ਹਾਂ, ਜਵਾਨੀ ਵੇਲੇ ਮੇਰੇ ਉੱਤੇ ਕਈ ਕੁੜੀਆਂ ਮਰਦੀਆਂ ਸਨ, ਪਰ ਹੁਣ ਤਾਂ ਮੈਂ 40 ਦਾ ਹੋ ਗਿਆ ਹਾਂ। ਹੁਣ ਕਿੱਥੇ ਉਹ ਗੱਲ ਰਹੀ। ਤਾਂ ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗੀ। ਫਿਰ ਉਸਨੇ ਕਿਹਾ, ਠੀਕ ਹੈ, ਅਜਿਹਾ ਨਹੀਂ ਹੈ। ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਤੁਸੀਂ ਕਿਸੇ ਜਵਾਨ ਕੁੜੀ ਦੇ ਪਿਤਾ ਨਹੀਂ ਲੱਗਦੇ ਸੀ। ਮੈਂ ਸਮਝਦੀ ਸੀ ਕਿ ਤੁਸੀਂ ਪਿੰਕੀ ਦੇ ਵੱਡੇ ਭਰਾ ਹੋ। ਜੋਤ ਦੀਆਂ ਗੱਲਾਂ ਤੇ ਮੁਸਕਰਾਉਂਦੇ ਹੋਏ ਮੈਂ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਮੇਰਾ ਵਿਆਹ ਸਿਰਫ 20 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ। ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮੇਰੀ ਮਾਂ ਨੂੰ ਕੈਂਸਰ ਸੀ। ਇਹ ਮੇਰੀ ਮਾਂ ਦੀ ਆਖਰੀ ਇੱਛਾ ਸੀ ਅਤੇ ਮੇਰੀ ਮਾਂ ਮੇਰਾ ਵਿਆਹ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੀ ਸੀ। ਇਸ ਲਈ ਮਰਨ ਤੋਂ ਪਹਿਲਾਂ ਉਸਨੇ ਆਪਣੀ ਆਖਰੀ ਇੱਛਾ ਜ਼ਾਹਿਰ ਕੀਤੀ ਅਤੇ ਮੈਂ ਆਪਣੀ ਮਾਂ ਦੀ ਇੱਛਾ ਮੰਨਦਿਆਂ ਆਪਣੇ ਇੱਕ ਦੋਸਤ ਨਾਲ ਵਿਆਹ ਕਰਾ ਲਿਆ। ਵਿਆਹ ਦੇ ਅਗਲੇ ਸਾਲ ਹੀ ਪਿੰਕੀ ਦਾ ਜਨਮ ਹੋਇਆ। ਪਿੰਕੀ ਸਿਰਫ 2 ਮਹੀਨਿਆਂ ਦੀ ਸੀ ਕਿ ਮੇਰੀ ਮਾਂ ਗੁਜ਼ਰ ਗਈ। ਮੇਰੀ ਗੱਲ ਸੁਣ ਕੇ ਜੋਤ ਕਹਿਣ ਲੱਗੀ ਕਿ ਸਾਡੇ ਕਾਲਜ ਦੀਆਂ ਕਈ ਕੁੜੀਆਂ ਤੁਹਾਨੂੰ ਪਿੰਕੀ ਦਾ ਵੱਡਾ ਭਰਾ ਸਮਝਦੀਆਂ ਹਨ। ਫਿਰ ਉਸਨੇ ਮੇਰੇ ਤੋਂ ਮੇਰੇ ਪਹਿਲੇ ਵਿਆਹ ਬਾਰੇ ਸੁਣਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੇਰੀ ਪਹਿਲੀ ਪਤਨੀ ਦੀਪਤੀ ਨਾਲ ਮੇਰੀ ਲਵ ਮੈਰਿਜ ਹੋਈ ਸੀ। ਉਹ ਮੇਰੇ ਵੱਲ ਬੜੀ ਦਿਲਚਸਪੀ ਨਾਲ ਦੇਖਦੀ ਹੋਈ ਮੇਰੀ ਅਤੇ ਮੇਰੀ ਪਤਨੀ ਦੀ ਪ੍ਰੇਮ ਕਹਾਣੀ ਸੁਣ ਰਹੀ ਸੀ। ਸੁਣਦਿਆਂ ਸੁਣਦਿਆਂ ਉਸਦੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਤੇ ਉਹ ਬੈੱਡ ਦੇ ਦੂਜੇ ਪਾਸੇ ਬੈਠੇ ਹੀ ਸੌ ਗਈ। ਪਹਿਲਾਂ ਤਾਂ ਮੈਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੂੜੀ ਨੀਂਦ ਵਿੱਚ ਸੀ। ਮੈਂ ਉਸ ਤੇ ਕੰਬਲ ਪਾ ਦਿੱਤਾ ਤੇ ਖੁਦ ਸੌਣ ਲਈ ਲੇਟ ਗਿਆ। ਥੋੜੇ ਸਮੇਂ ਵਿੱਚ ਹੀ ਮੇਰਾ ਦਿਲ ਤੇਜ਼-ਤੇਜ਼ ਧੜਕਣ ਲੱਗਾ। ਜਦੋਂ ਜੋਤ ਨੀਂਦ ਵਿੱਚ ਮੇਰੇ ਬਹੁਤ ਨੇੜੇ ਆ ਗਈ ਸੀ, ਉਹ ਮੇਰੀ ਬਾਂਹ ਤੇ ਸਿਰ ਰੱਖ ਕੇ ਸੋ ਰਹੀ ਸੀ। ਉਸ ਦਾ ਹੱਥ ਮੇਰੀ ਛਾਤੀ ਤੇ ਸੀ। ਪਹਿਲਾਂ ਤਾਂ ਮੈਂ ਆਪਣੀ ਬਾਂਹ ਤੇ ਭਾਰ ਮਹਿਸੂਸ ਹੋਣ ਕਰਕੇ ਹੈਰਾਨ ਹੋ ਕੇ ਜਾਗਿਆ, ਪਰ ਜਦੋਂ ਮੈਂ ਉਸ ਨੂੰ ਆਪਣੇ ਨੇੜੇ ਦੇਖਿਆ ਤਾਂ ਮੇਰੇ ਦਿਲ ਦੀ ਧੜਕਣ ਵੱਧ ਗਈ। ਮੈਂ ਪਹਿਲੀ ਵਾਰ ਉਸ ਦਾ ਚਿਹਰਾ ਇੰਨੇ ਨੇੜਿਓਂ ਦੇਖਿਆ ਸੀ। ਉਸ ਦੇ ਸਰੀਰ ਦੀ ਮਹਿਕ ਨੇ ਮੇਰੇ ਅੰਦਰਲੇ ਜਜ਼ਬਾਤਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਅਚਨਚੇਤ ਮੀਂਹ ਨੇ ਬਾਕੀ ਕੰਮ ਪੂਰਾ ਕਰ ਦਿੱਤਾ। ਅਚਾਨਕ ਗਰਜ ਕਾਰਨ ਉਹ ਮੇਰੇ ਬਹੁਤ ਨੇੜੇ ਆ ਗਈ। ਉਸਨੇ ਆਪਣਾ ਸਿਰ ਮੇਰੀ ਛਾਤੀ ਤੇ ਰੱਖਿਆ। ਮੈਂ ਪਸੀਨੇ ਵਿੱਚ ਭਿੱਜਿਆ ਹੋਇਆ ਸੀ। ਦਿਲ ਪੂਰੀ ਰਫ਼ਤਾਰ ਨਾਲ ਧੜਕ ਰਿਹਾ ਸੀ। ਫਿਰ ਉਹ ਨੀਂਦ ਵਿੱਚ ਬੜਬੜਾਉਣ ਲੱਗੀ ਕਿ ਉਹ ਬਿਜਲੀ ਤੋਂ ਡਰਦੀ ਹੈ। ਹੁਣ ਮੇਰਾ ਆਪਣੇ ਉੱਤੇ ਕਾਬੂ ਨਹੀਂ ਸੀ, ਇਸ ਲਈ ਮੈਂ ਉਸ ਨੂੰ ਆਪਣੇ ਨਾਲ ਘੁੱਟ ਲਿਆ। ਦੀਪਤੀ ਤੋਂ ਬਾਅਦ ਪਹਿਲੀ ਵਾਰ ਮੇਰਾ ਦਿਲ ਕਿਸੇ ਲਈ ਧੜਕਿਆ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਅੱਗੇ ਵਧਦਾ, ਮੇਰੇ ਕਮਰੇ ਵਿੱਚ ਦਸਤਕ ਹੋਈ। ਮੈਂ ਥੋੜਾ ਹੈਰਾਨ ਹੋਇਆ। ਫਿਰ ਮੈਨੂੰ ਲੱਗਾ ਕਿ ਪਿੰਕੀ ਵੀ ਤਾਂ ਬਿਜਲੀ ਦੀ ਗਰਜਾਹਟ ਤੋਂ ਡਰਦੀ ਹੈ। ਜੋਤ ਗਹਿਰੀ ਨੀਂਦ ਵਿੱਚ ਸੁੱਤੀ ਪਈ ਸੀ। ਮੈਂ ਹੌਲੀ-ਹੌਲੀ ਉਸ ਨੂੰ ਆਪਣੇ ਤੋਂ ਵੱਖ ਕੀਤਾ ਤੇ ਉੱਠ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਪਿੰਕੀ ਘਬਰਾਈ ਹੋਈ ਖੜੀ ਸੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ, ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗੀ, ਪਾਪਾ, ਮੈਂ ਡਰ ਗਈ ਸੀ। ਬੱਦਲ ਇੰਨੇ ਜ਼ੋਰ-ਜ਼ੋਰ ਨਾਲ ਗਰਜ ਰਹੇ ਸਨ। ਜੋਤ ਵੀ ਮੇਰੇ ਨਾਲ ਨਹੀਂ ਸੀ। ਮੈਂ ਪਿੰਕੀ ਦੇ ਮੱਥੇ ਨੂੰ ਚੁੰਮ ਕੇ ਉਸ ਨੂੰ ਦਿਲਾਸਾ ਦਿੱਤਾ। ਫਿਰ ਕਿਹਾ, ਪਿੰਕੀ, ਹੁਣ ਤੂੰ ਵੱਡੀ ਹੋ ਗਈ ਹੈ। ਮੀਂਹ ਤੇ ਬੱਦਲਾਂ ਦੀ ਚਮਕ ਤੋਂ ਕੌਣ ਡਰਦਾ ਹੈ? ਜਾ ਕੇ ਸੋ ਜਾ ਜੋਤ ਦੇ ਨਾਲ। ਮੈਂ ਤੁਹਾਡੇ ਕਮਰੇ ਵਿੱਚ ਜਾਂਦਾ ਹਾਂ। ਤੇ ਉਹ ਜੋਤ ਨਾਲ ਸੋ ਗਈ ਤੇ ਮੈਂ ਪਿੰਕੀ ਦੇ ਕਮਰੇ ਵਿੱਚ ਆ ਕੇ ਲੇਟ ਗਿਆ। ਪਰ ਮੇਰੀ ਨੀਂਦ ਹੁਣ ਉੱਡ ਗਈ ਸੀ। ਪਤੀ ਹੋਣ ਦਾ ਫਰਜ਼ ਨਿਭਾਉਣ ਲਈ ਮੇਰਾ ਦਿਲ ਤਰਸਣ ਲੱਗਾ। ਹੁਣ ਜ਼ਿੰਦਗੀ ਬਾਰੇ ਮੇਰੇ ਵਿਚਾਰ ਆਪਣੇ ਆਪ ਬਦਲਣ ਲੱਗੇ। ਇੱਕ ਵਾਰ ਮੇਰੇ ਦੋਸਤ ਨੇ ਇੱਕ ਪਾਰਟੀ ਦਾ ਆਯੋਜਨ ਕੀਤਾ। ਮੈਂ ਪਹਿਲਾਂ ਹੀ ਜੋਤ ਅਤੇ ਪਿੰਕੀ ਨੂੰ ਤਿਆਰ ਰਹਿਣ ਲਈ ਕਿਹਾ। ਜਦੋਂ ਮੈਂ ਦਫ਼ਤਰ ਤੋਂ ਘਰ ਵਾਪਸ ਆਇਆ ਤਾਂ ਜੋਤ ਆਪਣੇ ਕਮਰੇ ਵਿੱਚ ਆਪਣੇ ਬੈੱਡ ਤੇ 2 ਡਰੈਸਾਂ ਨਾਲ ਬੈਠੀ ਸੀ। ਮੈਂ ਕਿਹਾ, ਤੂੰ ਤਿਆਰ ਨਹੀਂ ਹੋਈ? ਜੋਤ ਕਹਿਣ ਲੱਗੀ, ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਵਿੱਚੋਂ ਕਿਹੜੀ ਡਰੈਸ ਪਾਵਾਂ। ਪਿੰਕੀ ਵੀ ਨਹੀਂ ਦੱਸ ਰਹੀ। ਹੁਣ ਤੁਸੀਂ ਹੀ ਦੱਸੋ ਕਿਹੜੀ ਡਰੈਸ ਵਧੀਆ ਹੈ। ਜੋ ਤੁਸੀਂ ਕਹੋਗੇ ਮੈਂ ਉਹੀ ਪਾਵਾਂਗੀ। ਮੈਂ ਉਸ ਦੇ ਸਵਾਲ ਤੇ ਹੱਸਣ ਲੱਗਾ। ਮੈਂ ਕਿਹਾ, ਮੈਂ ਵੀ ਪਿੰਕੀ ਦਾ ਪਿਤਾ ਹੀ ਹਾਂ। ਮੈਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਨਹੀਂ ਪਤਾ। ਜੋ ਵੀ ਤੈਨੂੰ ਚੰਗਾ ਲੱਗੇ ਉਹ ਪਾ ਲੈ। ਉਹ ਮੇਰੇ ਨੇੜੇ ਆ ਕੇ ਮੇਰੀਆਂ ਅੱਖਾਂ ਵਿੱਚ ਝਾਕ ਕੇ ਬੋਲੀ, ਦੀਪ, ਮੇਰਾ ਵੀ ਤੁਹਾਡੇ ਤੇ ਹੱਕ ਹੈ। ਅੱਜ ਮੈਂ ਤੁਹਾਡੀ ਪਸੰਦ ਦੀ ਡਰੈਸ ਹੀ ਪਾਵਾਂਗੀ। ਉਹ ਬੱਚਿਆਂ ਵਾਂਗ ਜਿੱਦ ਕਰਨ ਲੱਗੀ ਕਿ ਮੈਂ ਉਸ ਨੂੰ ਆਪਣੀ ਪਸੰਦ ਦੱਸਾਂ। ਮੈਂ ਉਸ ਨੂੰ ਇੱਕ ਡਰੈਸ ਬਾਰੇ ਦੱਸਿਆ। ਉਹ ਬਹੁਤ ਖੁਸ਼ ਹੋ ਗਈ। ਪਰ ਜਦੋਂ ਉਹ ਤਿਆਰ ਹੋ ਕੇ ਮੇਰੇ ਸਾਹਮਣੇ ਆਈ ਤਾਂ ਮੈਂ ਅੱਖਾਂ ਝਪਕਣਾ ਭੁੱਲ ਗਿਆ। ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਫਿਰ ਜਦੋਂ ਉਹ ਮੈਨੂੰ ਪੁੱਛਣ ਲੱਗੀ, ਦੀਪ, ਮੈਂ ਕਿਵੇਂ ਲੱਗ ਰਹੀ ਹਾਂ, ਸੱਚ ਦੱਸਿਓ, ਤਾਂ ਮੇਰਾ ਦਿਲ ਮੈਨੂੰ ਕਹਿਣ ਲੱਗਾ ਕਿ ਜਿਵੇਂ ਤੂੰ ਦੀਪਤੀ ਦੀ ਤਾਰੀਫ ਕਰਦਾ ਸੀ, ਉਸੇ ਲਫ਼ਜ਼ਾਂ ਵਿੱਚ ਉਸ ਦੀ ਤਾਰੀਫ ਕਰ। ਪਰ ਕਿਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਕਾਬੂ ਕਰਕੇ ਆਪਣੀ ਨਿਗਾਹ ਚੁਰਾਉਂਦਾ ਹੋਇਆ ਬੋਲਿਆ, ਜੋਤ, ਤੂੰ ਬਹੁਤ ਹੀ ਸੋਹਣੀ ਲੱਗ ਰਹੀ ਹੈ। ਮੇਰੀ ਗੱਲ ਸੁਣ ਕੇ ਜੋਤ ਖੁਸ਼ ਹੋ ਗਈ। ਹੁਣ ਤਾਂ ਜੋਤ ਵੀ ਕਦੇ-ਕਦੇ ਪਿੰਕੀ ਵਾਂਗ ਕਰਨ ਲੱਗ ਪਈ ਸੀ। ਜੇ ਮੈਂ ਦੋਹਾਂ ਲਈ ਕੱਪੜੇ ਜਾਂ ਕੋਈ ਹੋਰ ਚੀਜ਼ ਖਰੀਦ ਕੇ ਲਿਆਉਂਦਾ ਤਾਂ ਉਹ ਵੀ ਪਿੰਕੀ ਵਾਂਗ ਮੈਨੂੰ ਜੱਫੀ ਪਾ ਲੈਂਦੀ
ਤੇ ਮੇਰੇ ਕੰਨ ਦੇ ਨੇੜੇ ਆ ਕੇ ਕਹਿੰਦੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਦੀਪ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿੰਕੀ ਮੇਰੀ ਬੇਟੀ ਸੀ, ਉਸ ਲਈ ਮੇਰੀਆਂ ਭਾਵਨਾਵਾਂ ਵੱਖਰੀਆਂ ਸਨ। ਜਦੋਂ ਉਹ ਮੈਨੂੰ ਪਿਆਰ ਜ਼ਾਹਿਰ ਕਰਦੀ ਸੀ ਤਾਂ ਮੈਨੂੰ ਚੰਗਾ ਲੱਗਦਾ ਸੀ, ਜਿਵੇਂ ਕਿ ਇੱਕ ਪਿਤਾ ਨੂੰ ਲੱਗਣਾ ਚਾਹੀਦਾ ਹੈ। ਪਰ ਜਦੋਂ ਜੋਤ ਮੈਨੂੰ ਆਪਣਾ ਪਿਆਰ ਜ਼ਾਹਿਰ ਕਰਦੀ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਦਾ। ਜੋਤ ਦਾ ਇਸ ਤਰ੍ਹਾਂ ਮੇਰੇ ਨੇੜੇ ਆਉਣਾ ਮੇਰੀਆਂ ਰਾਤਾਂ ਦੀ ਨੀਂਦ ਉਡਾ ਰਿਹਾ ਸੀ। ਹੁਣ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਰੱਖਣਾ ਚਾਹੁੰਦਾ ਸੀ ਤੇ ਉਸ ਦੇ ਕੋਲ ਬੈਠ ਕੇ ਉਸ ਦੀ ਤਾਰੀਫ ਕਰਨਾ ਚਾਹੁੰਦਾ ਸੀ। ਅੱਜ ਮੈਂ ਦਫ਼ਤਰ ਤੋਂ ਆਉਂਦੇ ਗੁਲਾਬ ਦੇ ਫੁੱਲ ਲੈ ਕੇ ਆਇਆ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਅੱਜ ਜੋਤ ਨੂੰ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਾਂਗਾ ਤੇ ਮੈਂ ਉਸ ਨੂੰ ਉਹ ਪਿਆਰ ਵੀ ਦੇਵਾਂਗਾ ਜਿਸ ਦੀ ਉਹ ਹੱਕਦਾਰ ਹੈ। ਮੇਨ ਗੇਟ ਦੀ ਚਾਬੀ ਮੇਰੇ ਕੋਲ ਸੀ। ਜਿਵੇਂ ਹੀ ਮੈਂ ਘਰ ਵਿੱਚ ਦਾਖਲ ਹੋਇਆ, ਮੈਨੂੰ ਪਿੰਕੀ ਅਤੇ ਜੋਤ ਦੇ ਹੱਸਣ ਦੀ ਆਵਾਜ਼ ਸੁਣਾਈ ਦਿੱਤੀ। ਦੋਵਾਂ ਦੇ ਕਾਰਨ ਮੇਰੇ ਘਰ ਵਿੱਚ ਰੌਣਕ ਸੀ। ਮੈਂ ਬਹੁਤ ਹੌਲੀ-ਹੌਲੀ ਉਹਨਾਂ ਦੇ ਕਮਰੇ ਵਿੱਚ ਪਹੁੰਚਿਆ, ਪਰ ਉਹਨਾਂ ਵਿਚਕਾਰ ਜੋ ਗੱਲਾਂ ਹੋ ਰਹੀਆਂ ਸਨ, ਸੁਣ ਕੇ ਮੇਰਾ ਸਾਹ ਰੁਕ ਗਿਆ। ਗੁਲਾਬ ਦੇ ਜੋ ਫੁੱਲ ਮੈਂ ਜੋਤ ਲਈ ਲਿਆ ਸੀ, ਮੇਰੇ ਹੱਥੋਂ ਜ਼ਮੀਨ ਤੇ ਡਿੱਗ ਪਏ। ਇਹ ਗੱਲ ਸੁਣ ਕੇ ਮੈਂ ਪੱਥਰ ਵਰਗਾ ਹੋ ਗਿਆ। ਉਹ ਦੋਵੇਂ ਮੇਰੇ ਨਾਲ ਕਿਹੜੀ ਖੇਡ ਖੇਡ ਰਹੀਆਂ ਸੀ। ਮੈਂ ਮਰੇ ਹੋਏ ਕਦਮਾਂ ਨਾਲ ਆਪਣੇ ਕਮਰੇ ਵਿੱਚ ਪਰਤ ਆਇਆ। ਜਿਵੇਂ ਹੀ ਮੈਂ ਪਹਿਲੀ ਵਾਰ ਡਰੈਸਿੰਗ ਸ਼ੀਸ਼ੇ ਨੂੰ ਦੇਖਿਆ ਤਾਂ ਮੈਨੂੰ ਮੇਰੀ ਉਮਰ ਬਹੁਤ ਵੱਡੀ ਮਹਿਸੂਸ ਹੋਣ ਲੱਗੀ। ਮੈਨੂੰ ਲੱਗਿਆ ਜਿਵੇਂ ਮੈਂ 40 ਦੀ ਬਜਾਏ 80 ਸਾਲ ਦਾ ਹੋ ਗਿਆ। ਆਪਣੇ ਆਪ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਜਦੋਂ ਜੋਤ ਉਹੀ ਗੁਲਾਬ ਦੇ ਫੁੱਲ ਲੈ ਕੇ ਮੁਸਕਰਾਉਂਦੇ ਹੋਏ ਮੇਰੇ ਕਮਰੇ ਵਿੱਚ ਆਈ ਤੇ ਕਿਹਾ, ਤੁਸੀਂ ਮੇਰੇ ਲਈ ਇੰਨੇ ਸੋਹਣੇ ਫੁੱਲ ਲੈ ਕੇ ਆਏ ਸੀ, ਤਾਂ ਫਿਰ ਤੁਸੀਂ ਮੈਨੂੰ ਦਿੱਤੇ ਕਿਉਂ ਨਹੀਂ? ਕਮਰੇ ਦੇ ਬਾਹਰ ਕਿਉਂ ਰੱਖ ਦਿੱਤੇ, ਤੇ ਉਹ ਵੀ ਜ਼ਮੀਨ ਤੇ? ਉਹ ਮੇਰੇ ਵੱਲ ਆਉਣ ਲੱਗੀ, ਪਰ ਮੈਂ ਪਿੱਛੇ ਹਟ ਗਿਆ। ਮੈਂ ਕਿਹਾ, ਖਾਣਾ ਗਰਮ ਕਰੋ, ਮੈਨੂੰ ਭੁੱਖ ਲੱਗੀ ਹੈ। ਇਹ ਸੁਣ ਕੇ ਉਹ ਮੇਰੇ ਕਮਰੇ ਤੋਂ ਬਾਹਰ ਚਲੀ ਗਈ। ਅਸਲੀਅਤ ਹੁਣ ਮੇਰੇ ਸਾਹਮਣੇ ਆ ਗਈ ਸੀ। ਇਹ ਕਿਵੇਂ ਸੰਭਵ ਸੀ ਕਿ ਮੈਂ ਉਸ ਦੇ ਨੇੜੇ ਜਾਵਾਂ? ਮੈਂ ਆਪਣੇ ਆਪ ਨੂੰ ਧੂਏ ਵਾਂਗ ਮਹਿਸੂਸ ਕੀਤਾ। ਇਸ ਤੋਂ ਬਾਅਦ ਮੈਂ ਜੋਤ ਤੋਂ ਦੂਰੀ ਬਣਾ ਕੇ ਰੱਖਣ ਲੱਗਾ। ਅੱਜ ਜਦੋਂ ਉਹ ਕਾਲਜ ਦੇ ਫੰਕਸ਼ਨ ਵਿੱਚ ਜਾਣ ਲਈ ਤਿਆਰ ਹੋਈ ਤਾਂ ਜੋਤ ਮੇਰੇ ਕਮਰੇ ਵਿੱਚ ਆ ਗਈ। ਉਸਨੇ ਵਧੀਆ ਕੱਪੜੇ ਪਾਏ ਹੋਏ ਸਨ ਤੇ ਬਹੁਤ ਸੋਹਣੀ ਵੀ ਲੱਗ ਰਹੀ ਸੀ। ਫਿਰ ਮੈਂ ਕਾਰ ਦੀਆਂ ਚਾਬੀਆਂ ਚੁੱਕ ਕੇ ਬਾਹਰ ਆ ਗਿਆ, ਪਰ ਉਸ ਨੂੰ ਆਪਣੇ ਸਾਹਮਣੇ ਦੇਖ ਕੇ ਰੁਕ ਗਿਆ। ਉਹ ਅਜੇ ਵੀ ਮੇਰੇ ਵੱਲ ਦੇਖ ਕੇ ਮੁਸਕਰਾ ਰਹੀ ਸੀ ਤੇ ਉਹ ਮੈਨੂੰ ਪੁੱਛਣ ਲੱਗੀ, ਮੈਂ ਕਿਵੇਂ ਲੱਗ ਰਹੀ ਹਾਂ? ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਸ਼ਬਦਾਂ ਨੇ ਮੇਰੇ ਅੰਦਰ ਅੱਗ ਲਾ ਦਿੱਤੀ ਹੋਵੇ। ਹੁਣ ਜਦੋਂ ਸੱਚਾਈ ਦਾ ਮੈਨੂੰ ਪਤਾ ਲੱਗ ਗਿਆ ਸੀ ਤਾਂ ਉਸ ਤੋਂ ਬਾਅਦ ਮੈਂ ਉਸ ਦੇ ਸਵਾਲਾਂ ਦਾ ਕੀ ਜਵਾਬ ਦਿੰਦਾ? ਮੈਂ ਉਸ ਵੱਲ ਗੁੱਸੇ ਨਾਲ ਦੇਖਿਆ ਤੇ ਉਸੇ ਗੁੱਸੇ ਨਾਲ ਉਸ ਦੀਆਂ ਦੋਵੇਂ ਬਾਹਾਂ ਫੜ ਲਈਆਂ। ਉਸ ਦੀਆਂ ਅੱਖਾਂ ਵਿੱਚ ਦੇਖ ਕੇ ਮੈਂ ਉਸ ਨੂੰ ਸਖਤ ਸ਼ਬਦਾਂ ਵਿੱਚ ਕਿਹਾ, ਦੱਸਾਂ ਤੂੰ ਕਿਵੇਂ ਲੱਗ ਰਹੀ ਹੈ? ਮੇਰੇ ਇਸ ਅੰਦਾਜ਼ ਤੋਂ ਉਹ ਥੋੜਾ ਘਬਰਾ ਗਈ। ਸ਼ਾਇਦ ਉਸ ਨੂੰ ਮੇਰੇ ਤੋਂ ਅਜਿਹੀ ਸਖਤੀ ਦੀ ਉਮੀਦ ਨਹੀਂ ਸੀ। ਜੋਤ ਦੀ ਬਾਂਹ ਨੂੰ ਜ਼ੋਰ ਨਾਲ ਫੜ ਕੇ ਮੈਂ ਕਿਹਾ, ਤੂੰ ਬਹੁਤ ਬੁਰੀ ਲੱਗ ਰਹੀ ਹੈ। ਇਹ ਕਹਿ ਕੇ ਮੈਂ ਉਸ ਨੂੰ ਛੱਡ ਦਿੱਤਾ। ਉਹ ਗੁੱਸੇ ਨਾਲ ਮੇਰੇ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਜਾ ਕੇ ਕਾਰ ਵਿੱਚ ਬੈਠ ਗਿਆ। ਮੇਰੇ ਅੰਦਰ ਅਜਿਹਾ ਗੁੱਸਾ ਸੀ ਕਿ ਮੈਂ ਆਪਣੇ ਆਪ ਨੂੰ ਮਾਰਨਾ ਚਾਹੁੰਦਾ ਸੀ। ਗੁੱਸੇ ਵਿੱਚ ਮੈਂ ਹਾਰਨ ਵਜਾਉਣ ਲੱਗਾ। ਪਿੰਕੀ ਦੌੜਦੀ ਹੋਈ ਬਾਹਰ ਆਈ ਤੇ ਕਾਰ ਵਿੱਚ ਬੈਠ ਗਈ। ਫਿਰ ਮੈਨੂੰ ਕਹਿਣ ਲੱਗੀ, ਤੁਹਾਨੂੰ ਪਤਾ ਤਾਂ ਹੈ ਕਿ ਕੁੜੀਆਂ ਕਿੰਨੀ ਤਿਆਰੀ ਕਰਦੀਆਂ ਹਨ। ਚੰਗੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਵੀ ਗੁੱਸੇ ਵਿੱਚ ਸੀ। ਮੇਰੇ ਵੱਲ ਗੁੱਸਾ ਦਿਖਾਉਂਦੇ ਹੋਏ ਉਸਨੇ ਕਿਹਾ, ਪਾਪਾ ਤੁਸੀਂ ਵੀ ਬਹੁਤ ਜਲਦੀ ਗੁੱਸੇ ਹੋ ਜਾਂਦੇ ਹੋ। ਜੇ ਮੇਰਾ ਮੂਡ ਚੰਗਾ ਹੁੰਦਾ ਤਾਂ ਮੈਂ ਹੱਸ ਕੇ ਉਸ ਦੀ ਗੱਲ ਦਾ ਜਵਾਬ ਦੇਣਾ ਸੀ, ਪਰ ਮੈਂ ਚੁੱਪ ਰਿਹਾ। ਕੁਝ ਦੇਰ ਬਾਅਦ ਜੋਤ ਬਾਹਰ ਆ ਗਈ, ਪਰ ਮੈਂ ਜੋਤ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਹ ਮੂੰਹ ਧੋ ਕੇ ਪੂਰੀ ਤਰ੍ਹਾਂ ਸਾਦੇ ਹੁਲੀਏ ਵਿੱਚ ਬਾਹਰ ਆਈ ਸੀ। ਉਸ ਦੀਆਂ ਅੱਖਾਂ ਤੋਂ ਜਾਪਦਾ ਸੀ ਕਿ ਉਹ ਰੋਈ ਹੈ। ਮੈਂ ਉਸ ਦੇ ਚਿਹਰੇ ਤੋਂ ਨਜ਼ਰ ਹਟਾਈ ਤੇ ਜਦੋਂ ਉਹ ਮੇਰੇ ਬਰਾਬਰ ਦੀ ਸੀਟ ਤੇ ਬੈਠਣ ਲੱਗੀ ਤਾਂ ਮੈਂ ਉਸ ਨੂੰ ਟੋਕਿਆ। ਮੈਂ ਉਸ ਨੂੰ ਜਾ ਕੇ ਪਿੱਛੇ ਬੈਠਣ ਲਈ ਕਿਹਾ, ਪਰ ਅਜੇ ਵੀ ਉਹ ਮੇਰੇ ਨਾਲ ਵਾਲੀ ਸੀਟ ਤੇ ਬੈਠੀ ਸੀ। ਉਹ ਸਾਰੇ ਰਾਹ ਰੋਂਦੀ ਰਹੀ। ਪਿੰਕੀ ਉਸ ਨੂੰ ਇਹ ਪੁੱਛਦਿਆਂ ਥੱਕ ਗਈ ਕਿ ਉਹ ਰੋ ਕਿਉਂ ਰਹੀ ਹੈ, ਪਰ ਮੈਂ ਉਸ ਵੱਲ ਇੱਕ ਵਾਰ ਵੀ ਨਹੀਂ ਦੇਖਿਆ। ਮੇਰੇ ਜਜ਼ਬਾਤ ਪੱਥਰ ਦੇ ਨਹੀਂ ਸਨ ਕਿ ਕੋਈ ਵੀ ਆ ਕੇ ਉਹਨਾਂ ਨਾਲ ਖੇਡ ਜਾਵੇ। ਉਹ ਰੋ ਰਹੀ ਸੀ ਕਿ ਉਸ ਨਾਲ ਸਖਤੀ ਨਾਲ ਗੱਲ ਕਿਉਂ ਕੀਤੀ, ਪਰ ਉਸ ਨੂੰ ਇਹ ਨਜ਼ਰ ਨਹੀਂ ਆ ਰਿਹਾ ਸੀ ਕਿ ਉਸਨੇ ਆਪਣੇ ਚੱਕਰ ਵਿੱਚ ਮੇਰੇ ਨਾਲ ਕਿੰਨੀ ਬੇਇਨਸਾਫੀ ਕੀਤੀ ਹੈ। ਮੇਰਾ ਰਵੱਈਆ ਵੀ ਆਪਣੀ ਥਾਂ ਬਿਲਕੁਲ ਠੀਕ ਸੀ, ਪਰ ਮੇਰਾ ਦਿਲ ਹੁਣ ਜੋਤ ਦੇ ਪਿਆਰ ਵਿੱਚ ਪਾਗਲ ਹੋ ਚੁੱਕਿਆ ਸੀ ਤੇ ਜੋਤ ਦੇ ਹੰਝੂਆਂ ਕਾਰਨ ਮੇਰਾ ਸਾਰਾ ਦਿਨ ਬੇਚੈਨ ਰਿਹਾ। ਜੋਤ ਹੁਣ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ ਸੀ। ਉਹ ਮੇਰੇ ਤੋਂ ਦੂਰ ਰਹਿਣ ਲੱਗੀ ਤੇ ਇਹ ਮੇਰੇ ਲਈ ਬੜੀ ਚੰਗੀ ਗੱਲ ਸੀ ਕਿ ਉਹ ਮੇਰੇ ਤੋਂ ਦੂਰ ਰਹੇ, ਪਰ ਉਸ ਦੀ ਨਜ਼ਰ ਮੇਰੇ ਤੇ ਹੀ ਟਿਕੀ ਰਹਿੰਦੀ ਸੀ। ਪਤਾ ਨਹੀਂ ਕਿਉਂ ਮੈਨੂੰ ਲੱਗਦਾ ਸੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਬਹੁਤ ਸ਼ਿਕਾਇਤਾਂ ਹਨ। ਸਮਾਂ ਅੱਗੇ ਵੱਧਦਾ ਗਿਆ। ਹੁਣ ਦੋਵਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਮੇਰੇ ਦੋਸਤ ਨੇ ਆਪਣੇ ਬੇਟੇ ਲਈ ਪਿੰਕੀ ਦਾ ਰਿਸ਼ਤਾ ਮੰਗਿਆ। ਮੈਨੂੰ ਵੀ ਉਹ ਲੜਕਾ ਪਸੰਦ ਸੀ, ਪਰ ਫਿਰ ਵੀ ਮੈਂ ਪਿੰਕੀ ਤੋਂ ਉਸ ਦੀ ਸਹਿਮਤੀ ਮੰਗੀ ਕਿਉਂਕਿ ਇਹ ਮੇਰੀ ਧੀ ਦਾ ਹੱਕ ਸੀ। ਉਸ ਦੇ ਚਿਹਰੇ ਤੇ ਮੁਸਕਰਾਹਟ ਵਿੱਚ ਹੀ ਉਸ ਦੀ ਹਾਂ ਸੀ। ਕੁਝ ਮਹੀਨਿਆਂ ਵਿੱਚ ਹੀ ਪਿੰਕੀ ਦਾ ਵਿਆਹ ਤੈਅ ਹੋ ਗਿਆ।
ਜਿਸ ਦਿਨ ਪਿੰਕੀ ਵਿਦਾ ਹੋਈ ਉਹ ਜੋਤ ਨੂੰ ਜੱਫੀ ਪਾ ਕੇ ਬਹੁਤ ਰੋਈ। ਜੋਤ ਵੀ ਰੋ ਰਹੀ ਸੀ। ਪਿੰਕੀ ਜਾ ਚੁੱਕੀ ਸੀ। ਹੁਣ ਘਰ ਵਿੱਚ ਸਿਰਫ ਮੈਂ ਤੇ ਜੋਤ ਹੀ ਸੀ। ਮੇਰੀ ਔਖੀ ਪ੍ਰੀਖਿਆ ਦੇ ਦਿਨ ਸ਼ੁਰੂ ਹੋ ਗਏ ਸਨ। ਉਸੇ ਰਾਤ ਮੈਂ ਜੋਤ ਨੂੰ ਕਿਹਾ ਕਿ ਮੈਂ ਉਸ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਉਹ ਵੀ ਥੋੜੀ ਥੱਕੀ ਹੋਈ ਨਜ਼ਰ ਆ ਰਹੀ ਸੀ। ਫਿਰ ਪਿੰਕੀ ਦਾ ਵਿਛੋੜਾ ਵੀ ਸੀ। ਉਹ ਡਾਈਨਿੰਗ ਟੇਬਲ ਤੇ ਕੁਰਸੀ ਤੇ ਚੁੱਪਚਾਪ ਬੈਠ ਗਈ। ਮੈਂ ਉਸਦੇ ਸਾਹਮਣੇ ਵਾਲੀ ਕੁਰਸੀ ਤੇ ਬੈਠਾ ਸੀ। ਮੈਂ ਸੋਚਿਆ ਕਿ ਹੁਣ ਮੈਨੂੰ ਇਸ ਮਜਬੂਰੀ ਦੇ ਬੰਧਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਜਿਸ ਕਾਰਨ ਜੋਤ ਨੇ ਆਪਣੇ ਔਖੇ ਸਮੇਂ ਨੂੰ ਲੰਘਾਉਣ ਲਈ ਮੇਰੇ ਨਾਲ ਵਿਆਹ ਕਰਵਾਇਆ ਸੀ। ਉਸ ਦਿਨ ਪਿੰਕੀ ਜੋਤ ਨੂੰ ਕਹਿ ਰਹੀ ਸੀ ਕਿ ਤੂੰ ਆਪਣੀ ਚਾਚੀ ਦੇ ਜ਼ੁਲਮਾਂ ਤੋਂ ਬਚਣ ਲਈ ਮੇਰੇ ਪਾਪਾ ਨਾਲ ਵਿਆਹ ਕਰ ਲਿਆ, ਪਰ ਤੈਨੂੰ ਬੁਰਾ ਤਾਂ ਲੱਗਦਾ ਹੋਵੇਗਾ। ਪਾਪਾ ਤੇਰੇ ਤੋਂ ਉਮਰ ਵਿੱਚ ਬਹੁਤ ਵੱਡੇ ਹਨ। ਮੇਰੇ ਵਾਂਗ ਤੂੰ ਵੀ ਚਾਹੁੰਦੀ ਹੋਣੀ ਹੈ ਕਿ ਮੇਰਾ ਪਤੀ। ਇਹ ਕਹਿ ਕੇ ਪਿੰਕੀ ਚੁੱਪ ਹੋ ਗਈ ਤੇ ਜੋਤ ਨੇ ਹੱਸ ਕੇ ਕਿਹਾ, ਮੇਰਾ ਪਤੀ ਵੀ ਸੁੰਦਰ ਅਤੇ ਡੈਸਿੰਗ ਹੋਵੇ। ਤੂੰ ਇਹੀ ਕਹਿਣਾ ਚਾਹੁੰਦੀ ਹੈ ਨਾ? ਜੋਤ ਜ਼ਾਹਿਰ ਹੈ ਕਿ ਮੈਂ ਵੀ ਅਜਿਹਾ ਹੀ ਚਾਹੁੰਦੀ ਹਾਂ। ਭਲਾ ਤੇਰਾ ਪਾਪਾ ਮੇਰੇ ਨਾਲ ਕਿਸ ਪਾਸੇ ਤੋਂ ਚੰਗਾ ਲੱਗਦਾ ਹੈ? ਉਹ ਮੇਰੇ ਨਾਲੋਂ ਕਿੰਨੇ ਵੱਡੇ ਹਨ? ਜੋਤ ਦੇ ਬੋਲਾਂ ਨੇ ਮੇਰਾ ਦਿਲ ਤੋੜ ਦਿੱਤਾ। ਜੇ ਉਹ ਮੈਨੂੰ ਪਸੰਦ ਨਹੀਂ ਕਰਦੀ ਸੀ ਤਾਂ ਉਸਨੇ ਮੈਨੂੰ ਹਸਪਤਾਲ ਵਿੱਚ ਕਿਉਂ ਕਿਹਾ ਸੀ ਕਿ ਉਹ ਮੈਨੂੰ ਪਸੰਦ ਕਰਦੀ ਹੈ? ਬਾਹਰ ਖੜਾ ਅਸਲੀਅਤ ਦੀ ਇਸ ਅੱਗ ਵਿੱਚ ਝੁਲਸ ਰਿਹਾ ਸੀ। ਜੋਤ ਅੱਗੇ ਬੋਲ ਰਹੀ ਸੀ, ਪਿੰਕੀ ਤੂੰ ਮੇਰੀ ਮਜਬੂਰੀ ਜਾਣਦੀ ਹੈ। ਚਾਚਾ ਚਾਚੀ ਮੇਰੀ ਜ਼ਿੰਦਗੀ ਬਰਬਾਦ ਕਰ ਦਿੰਦੇ, ਇਸ ਲਈ ਮੈਂ ਇਹ ਕਦਮ ਚੁੱਕਿਆ। ਤੈਨੂੰ ਪਤਾ ਹੈ ਕਿ ਵਿਆਹ ਵਾਲੀ ਰਾਤ ਮੇਰੀ ਜਾਨ ਤੇ ਬਣੀ ਹੋਈ ਸੀ, ਪਰ ਸ਼ੁਕਰ ਹੈ ਕਿ ਦੀਪ ਨੇ ਖੁਦ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ। ਅਸਲੀਅਤ ਜਾਣਨ ਤੋਂ ਬਾਅਦ ਇਹ ਮੇਰੇ ਲਈ ਇਮਤਿਹਾਨ ਬਣ ਗਿਆ ਸੀ, ਕਿਉਂਕਿ ਮੈਂ ਉਸ ਨੂੰ ਪਿਆਰ ਕਰਨ ਲੱਗਾ ਸੀ। ਮੇਰੀ ਬੇਟੀ ਜੋਤ ਨੂੰ ਕਹਿਣ ਲੱਗੀ, ਜੇ ਉਹ ਨਾ ਵੀ ਭੇਜਦੇ ਤਾਂ ਮੈਂ ਤੈਨੂੰ ਲੈਣ ਆ ਜਾਂਦੀ। ਸਾਡਾ ਇਹੀ ਤਾਂ ਪਲਾਨ ਸੀ ਕਿ ਪਾਪਾ ਨਾਲ ਤੇਰਾ ਸਿਰਫ ਕਾਗਜ਼ੀ ਰਿਸ਼ਤਾ ਹੋਵੇਗਾ ਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੂੰ ਆਪਣੀ ਉਮਰ ਦੇ ਮੁੰਡੇ ਨਾਲ ਵਿਆਹ ਕਰਾ ਲਏਗੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਤੂੰ ਕਿਸ ਨਾਲ ਵਿਆਹ ਕਰੇਗੀ? ਕੀ ਕੋਈ ਮੁੰਡਾ ਹੈ ਤੇਰੀ ਨਿਗਾਹ 'ਚ? ਮੇਰੇ ਪਿਤਾ ਦੀ ਚਿੰਤਾ ਨਾ ਕਰੋ, ਮੈਂ ਉਹਨਾਂ ਨੂੰ ਕਹਾਂਗੀ ਕਿ ਉਹ ਤੁਹਾਨੂੰ ਛੱਡ ਦੇਣ। ਉਹ ਮੇਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ। ਪਿੰਕੀ ਨੇ ਆਪਣੀ ਦੋਸਤ ਦੀ ਖਾਤਰ ਮੈਨੂੰ ਸਖਤ ਇਮਤਿਹਾਨ ਵਿੱਚ ਪਾ ਦਿੱਤਾ ਸੀ। ਮੇਰੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਗਿਆ ਸੀ। ਜੋਤ ਦੇ ਅਗਲੇ ਬਿਆਨ ਨੇ ਮੈਨੂੰ ਕਿਤੇ ਦਾ ਵੀ ਨਹੀਂ ਛੱਡਿਆ। ਉਸਨੇ ਕਿਹਾ, ਹਾਂ ਇੱਕ ਬਹੁਤ ਸੋਹਣਾ ਮੁੰਡਾ ਹੈ, ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਫਿਰ ਪਿੰਕੀ ਨੇ ਉਸ ਨੂੰ ਬੇਚੈਨੀ ਨਾਲ ਪੁੱਛਿਆ, ਅੱਛਾ ਤੂੰ ਮੈਨੂੰ ਪਹਿਲਾਂ ਕਦੇ ਨਹੀਂ ਦੱਸਿਆ? ਦੱਸੋ ਕੌਣ ਹੈ ਉਹ? ਪਿੰਕੀ ਨੇ ਬੇਚੈਨੀ ਨਾਲ ਪੁੱਛਿਆ, ਪਰ ਉਹ ਟਾਲ ਗਈ। ਹੁਣੇ ਨਹੀਂ, ਸਮਾਂ ਆਉਣ ਤੇ ਦੱਸਾਂਗੀ। ਮੈਂ ਉੱਥੋਂ ਵਾਪਸ ਆ ਗਿਆ। ਮੈਂ ਉਸ ਸਮੇਂ ਫੈਸਲਾ ਕਰ ਲਿਆ ਸੀ ਕਿ ਮੈਂ ਜੋਤ ਨੂੰ ਪਿੰਕੀ ਦੇ ਵਿਆਹ ਦੇ ਬਾਅਦ ਉਸ ਦੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਆਜ਼ਾਦ ਕਰ ਦਿਆਂਗਾ। ਇਸ ਲਈ ਮੈਂ ਆਪ ਹੀ ਗੱਲ ਸ਼ੁਰੂ ਕੀਤੀ ਤੇ ਕਿਹਾ ਕਿ ਜੋਤ ਤੇਰੀ ਪੜ੍ਹਾਈ ਪੂਰੀ ਹੋ ਗਈ ਹੈ, ਇਸ ਲਈ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੈਨੂੰ ਕਿਹੜਾ ਮੁੰਡਾ ਪਸੰਦ ਹੈ। ਉਸ ਨੂੰ ਕਹੋ ਕਿ ਆ ਕੇ ਮੈਨੂੰ ਮਿਲੇ। ਮੈਂ ਚਾਹੁੰਦਾ ਹਾਂ ਕਿ ਤੂੰ ਉਸ ਨਾਲ ਵਿਆਹ ਕਰਵਾ ਲਵੇ। ਮੇਰੀ ਗੱਲ ਸੁਣ ਕੇ ਉਹ ਹੈਰਾਨ ਰਹਿ ਗਈ। ਤੁਸੀਂ ਕੀ ਕਹਿ ਰਹੇ ਹੋ? ਉਹ ਹੈਰਾਨ ਸੀ। ਮੈਂ ਕਿਹਾ, ਤੈਨੂੰ ਹੁਣ ਹੋਰ ਡਰਾਮੇ ਕਰਨ ਦੀ ਲੋੜ ਨਹੀਂ। ਮੈਂ ਤੇਰੀਆਂ ਤੇ ਪਿੰਕੀ ਦੀਆਂ ਗੱਲਾਂ ਸੁਣ ਚੁੱਕਿਆ ਹਾਂ। ਜ਼ਾਹਿਰ ਹੈ ਕਿ ਤੇਰੀ ਵੀ ਆਪਣੀ ਜ਼ਿੰਦਗੀ ਹੈ, ਪਰ ਮੈਨੂੰ ਤੇਰੇ ਤੋਂ ਸਿਰਫ ਇੱਕ ਸ਼ਿਕਾਇਤ ਹੈ। ਜੇ ਤੂੰ ਉਸ ਦਿਨ ਮੈਨੂੰ ਸੱਚ ਦੱਸ ਦਿੱਤਾ ਹੁੰਦਾ ਕਿ ਤੂੰ ਇਸ ਮਕਸਦ ਨਾਲ ਮੇਰੇ ਨਾਲ ਵਿਆਹ ਕੀਤਾ, ਤਾਂ ਵੀ ਮੈਂ ਨਾ ਨਹੀਂ ਕਰਦਾ। ਤੈਨੂੰ ਸਹਾਰੇ ਦੀ ਲੋੜ ਸੀ, ਮੈਂ ਤੈਨੂੰ ਸਹਾਰਾ ਜ਼ਰੂਰ ਦਿੰਦਾ, ਪਰ ਤੂੰ ਮੇਰੇ ਨਾਲ ਜੋ ਖੇਡ ਖੇਡੀ ਉਹ ਗਲਤ ਸੀ। ਜਦੋਂ ਤੂੰ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਤਾਂ ਤੂੰ ਮੈਨੂੰ ਕਿਉਂ ਕਿਹਾ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ ਤੇ ਮੈਂ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ? ਮੈਂ ਬਹੁਤ ਦੁਖੀ ਹੋ ਕੇ ਗੱਲ ਕਰ ਰਿਹਾ ਸੀ ਤੇ ਬਹੁਤ ਦਰਦ ਵਿੱਚੋਂ ਲੰਘ ਰਿਹਾ ਸੀ, ਕਿਉਂਕਿ ਹੁਣ ਮੈਂ ਉਸ ਨੂੰ ਪਿਆਰ ਕਰਨ ਲੱਗਾ ਸੀ। ਉਹ ਚੁੱਪ ਸੀ, ਬਸ ਮੇਰੇ ਵੱਲ ਦੇਖ ਰਹੀ ਸੀ। ਸ਼ਾਇਦ ਉਹ ਆਪਣੇ ਰਵੱਈਏ ਤੋਂ ਬਹੁਤ ਸ਼ਰਮਿੰਦਾ ਸੀ। ਮੈਂ ਤੈਨੂੰ ਤਲਾਕ ਦੇ ਦਿਆਂਗਾ ਜਦੋਂ ਵੀ ਤੂੰ ਚਾਹਵੇਂ। ਹੁਣ ਤੂੰ ਛੇਤੀ ਤੋਂ ਛੇਤੀ ਉਸ ਮੁੰਡੇ ਨੂੰ ਫੋਨ ਕਰ ਜੋ ਤੈਨੂੰ ਪਸੰਦ ਹੈ, ਤਾਂ ਜੋ ਮੈਂ ਤੇਰਾ ਰਿਸ਼ਤਾ ਵੀ ਤੈਅ ਕਰ ਦਿਆਂ। ਹੁਣ ਮੈਂ ਤੇਰੇ ਨਾਲ ਇੱਕ ਘਰ ਵਿੱਚ ਇੱਕ ਛੱਤ ਥੱਲੇ ਨਹੀਂ ਰਹਿਣਾ ਚਾਹੁੰਦਾ। ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਇਹ ਫੈਸਲਾ ਮੇਰੇ ਲਈ ਇੰਨਾ ਔਖਾ ਨਾ ਹੁੰਦਾ ਜੇਕਰ ਜੋਤ ਨੇ ਮੈਨੂੰ ਸੱਚ ਦੱਸ ਦਿੱਤਾ ਹੁੰਦਾ, ਪਰ ਜੋ ਡਰਾਮਾ ਉਸਨੇ ਰਚਾਇਆ ਸੀ ਉਸਨੇ ਮੇਰੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਨੀਂਦ ਮੇਰੀਆਂ ਅੱਖਾਂ ਤੋਂ ਦੂਰ ਸੀ, ਪਰ ਮੈਂ ਮੰਜੇ ਤੇ ਲੇਟਿਆ ਹੋਇਆ ਸੀ। ਫਿਰ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਖੜਕਿਆ ਤਾਂ ਮੈਂ ਉੱਠ ਕੇ ਬੈਠ ਗਿਆ। ਦਰਵਾਜ਼ਾ ਖੋਲ੍ਹੋ। ਜੋਤ ਉੱਥੇ ਸੀ, ਪਰ ਇਸ ਸਮੇਂ ਉਹ ਕਿਉਂ ਆਈ ਸੀ? ਮੈਂ ਕਿਹਾ, ਤੂੰ ਆਪਣੇ ਕਮਰੇ ਵਿੱਚ ਚਲੀ ਜਾ, ਮੈਂ ਇਸ ਸਮੇਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸ ਦਰਦ ਵਿੱਚੋਂ ਲੰਘ ਰਿਹਾ ਹਾਂ। ਮੈਂ ਜੋਤ ਨਾਲ ਸਖਤ ਨਹੀਂ ਹੋਣਾ ਚਾਹੁੰਦਾ ਸੀ, ਪਰ ਉਹ ਵੀ ਸ਼ਾਇਦ ਰੋ ਰਹੀ ਸੀ। ਉਸਨੇ ਕਿਹਾ, ਜੇ ਤੁਸੀਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਤੁਸੀਂ ਮੇਰਾ ਮਰਿਆ ਹੋਇਆ ਮੂੰਹ ਦੇਖੋਗੇ। ਜੋਤ ਦੀ ਗੱਲ ਸੁਣ ਕੇ ਮੈਂ ਡਰ ਗਿਆ। ਮੈਨੂੰ ਉਸ ਮੂਰਖ ਕੁੜੀ ਤੇ ਗੁੱਸਾ ਆਉਣ ਲੱਗਾ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ। ਉਹ ਅਜੇ ਵੀ ਉਸੇ ਪਹਿਰਾਵੇ ਵਿੱਚ ਸੀ
ਜੋ ਉਸਨੇ ਪਿੰਕੀ ਦੇ ਵਿਆਹ ਵਿੱਚ ਪਹਿਨਿਆ ਸੀ ਤੇ ਉਸੇ ਤਰ੍ਹਾਂ ਤਿਆਰ ਸੀ। ਮੈਂ ਉਸ ਨੂੰ ਅਣਦੇਖਿਆ ਕੀਤਾ। ਉਹ ਅੰਦਰ ਆਈ ਤੇ ਮੈਨੂੰ ਪੁੱਛਣ ਲੱਗੀ ਕਿ ਮੈਂ ਕਿਵੇਂ ਲੱਗ ਰਹੀ ਹਾਂ। ਮੈਂ ਬੜੀ ਹੈਰਾਨੀ ਨਾਲ ਉਸ ਵੱਲ ਦੇਖਿਆ। ਇਹ ਕਿਹੋ ਜਿਹਾ ਬੇਤੁਕਾ ਸਵਾਲ ਹੈ। ਉਹ ਮੇਰੇ ਬਹੁਤ ਨੇੜੇ ਆ ਗਈ। ਮੈਂ ਤੁਹਾਨੂੰ ਕੁਝ ਪੁੱਛਿਆ, ਮੈਂ ਤੁਹਾਨੂੰ ਕਿਵੇਂ ਲੱਗ ਰਹੀ ਹਾਂ, ਤੇ ਇਹ ਕਹਿ ਕੇ ਉਹ ਅਚਾਨਕ ਮੇਰੇ ਸੀਨੇ ਨਾਲ ਲੱਗ ਕੇ ਰੋਣ ਲੱਗ ਪਈ। ਮੈਂ ਆਪਣੀ ਥਾਂ ਤੇ ਪੱਥਰ ਵਾਂਗ ਖੜਾ ਸੀ। ਉਹ ਕਹਿ ਰਹੀ ਸੀ ਕਿ ਤੁਸੀਂ ਸਾਰੀਆਂ ਅਧੂਰੀਆਂ ਗੱਲਾਂ ਸੁਣੀਆਂ ਹਨ। ਮੇਰੇ ਲਈ ਖੂਬਸੂਰਤ ਮੁੰਡਾ ਹੋਣਾ ਚਾਹੀਦਾ ਹੈ। ਇਹ ਪਿੰਕੀ ਦੀ ਸੋਚ ਸੀ, ਪਰ ਮੇਰੇ ਲਈ ਸਭ ਕੁਝ ਤੁਸੀਂ ਹੀ ਹੋ। ਮੈਂ ਪਿੰਕੀ ਨੂੰ ਸਮਝਾ ਕੇ ਥੱਕ ਗਈ ਸੀ, ਪਰ ਪਿੰਕੀ ਮੇਰੇ ਸਾਹਮਣੇ ਉਮਰ ਦਾ ਫਰਕ ਰੱਖ ਦਿੰਦੀ ਸੀ ਤੇ ਉਸ ਨੂੰ ਲੱਗਦਾ ਸੀ ਕਿ ਮੈਂ ਚਾਚੀ ਦੇ ਰਵੱਈਏ ਵਾਲੀ ਗੱਲ ਕਾਰਨ ਤੁਹਾਡੇ ਨਾਲ ਵਿਆਹ ਕੀਤਾ। ਇਸ ਲਈ ਮੈਂ ਪਿੰਕੀ ਨੂੰ ਉਹ ਜਵਾਬ ਦਿੱਤਾ ਜੋ ਉਸ ਨੂੰ ਸੁਣਨਾ ਪਸੰਦ ਸੀ, ਕਿਉਂਕਿ ਮੈਂ ਉਸ ਨੂੰ ਮਨਾ ਕਰਕੇ ਥੱਕ ਗਈ ਸੀ। ਮੈਂ ਤੁਹਾਨੂੰ ਪੂਰੇ ਦਿਲ ਨਾਲ ਸਵੀਕਾਰ ਕੀਤਾ ਹੈ। ਹਾਂ, ਇਹ ਸੱਚ ਹੈ ਕਿ ਮੈਂ ਵਿਆਹ ਵਾਲੀ ਰਾਤ ਬਹੁਤ ਘਬਰਾ ਗਈ ਸੀ ਤੇ ਹਰ ਕੁੜੀ ਅਜਿਹੀ ਹੀ ਹੁੰਦੀ ਹੈ, ਪਰ ਉਸ ਤੋਂ ਬਾਅਦ ਮੈਨੂੰ ਸੱਚਮੁੱਚ ਤੁਹਾਡੇ ਨਾਲ ਪਿਆਰ ਹੋਣ ਲੱਗਾ। ਮੇਰੀ ਇੱਛਾ ਸੀ ਕਿ ਤੁਸੀਂ ਮੈਨੂੰ ਦੇਖੋ, ਮੇਰੀ ਤਾਰੀਫ ਕਰੋ, ਮੇਰੇ ਨਾਲ ਗੱਲ ਕਰੋ, ਪਰ ਤੁਸੀਂ ਮੇਰੇ ਨਾਲ ਬੇਪਰਵਾਹ ਸੀ। ਇਸ ਲਈ ਮੈਂ ਆਪਣੇ ਆਪ ਹੀ ਤੁਹਾਡੇ ਵੱਲ ਕਦਮ ਚੁੱਕਿਆ। ਮੈਂ ਰਾਤ ਨੂੰ ਤੁਹਾਡੇ ਨਾਲ ਗੱਲ ਕਰਨ ਲੱਗੀ। ਉਸ ਦਿਨ ਤੁਹਾਡੇ ਕੋਲ ਹੀ ਸੁੱਤੀ ਸੀ। ਮੈਨੂੰ ਤੁਹਾਡੀ ਕੰਪਨੀ ਚਾਹੀਦੀ ਸੀ। ਮੈਨੂੰ ਆਪਣੇ ਰਿਸ਼ਤੇ ਦਾ ਹੱਕ ਚਾਹੀਦਾ ਸੀ, ਪਰ ਮੈਂ ਇਹ ਆਪਣੇ ਆਪ ਨਹੀਂ ਕਹਿਣਾ ਚਾਹੁੰਦੀ ਸੀ। ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਹੀ ਪਹਿਲੀ ਵਾਰ ਅਜਿਹਾ ਕਦਮ ਚੁੱਕੇ। ਇਸ ਲਈ ਮੈਂ ਮੀਂਹ ਦੇ ਬਹਾਨੇ ਤੁਹਾਡੇ ਨੇੜੇ ਆਈ ਸੀ, ਪਰ ਪਿੰਕੀ ਦੇ ਆਉਣ ਨਾਲ ਮੈਂ ਤੁਹਾਡੇ ਪਿਆਰ ਅਤੇ ਤੁਹਾਡੀ ਸੰਗਤ ਤੋਂ ਪਿਆਸੀ ਰਹਿ ਗਈ। ਮੈਂ ਤੁਹਾਡੀ ਪਸੰਦ ਦਾ ਕੁਝ ਪਹਿਨਣਾ ਚਾਹੁੰਦੀ ਸੀ ਤਾਂ ਜੋ ਤੁਸੀਂ ਮੇਰੀ ਤਾਰੀਫ ਕਰੋ। ਤੁਹਾਡੀ ਤਾਰੀਫ ਮੈਨੂੰ ਬੇਚੈਨ ਕਰ ਦਿੰਦੀ ਸੀ। ਮੈਂ ਕਿਸੇ ਨਾ ਕਿਸੇ ਬਹਾਨੇ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਕਿ ਸ਼ਾਇਦ ਤੁਹਾਨੂੰ ਮੇਰਾ ਪਿਆਰ ਮਹਿਸੂਸ ਹੋਵੇ, ਪਰ ਤੁਸੀਂ ਸ਼ਾਇਦ ਪੱਥਰ ਦੇ ਬਣੇ ਹੋਏ ਸੀ। ਉਹ ਮੇਰੇ ਕੋਲ ਬੈਠੀ ਮੇਰੀਆਂ ਸ਼ਿਕਾਇਤਾਂ ਕਰ ਰਹੀ ਸੀ। ਸਾਡੇ ਵਿਚਕਾਰ ਇੱਕ ਗਲਤਫਹਿਮੀ ਪੈਦਾ ਹੋ ਗਈ ਸੀ, ਕਿਉਂਕਿ ਮੈਂ ਜੋਤ ਨੂੰ ਆਪਣਾ ਪਿਆਰ ਨਹੀਂ ਦਿਖਾਇਆ ਸੀ ਤੇ ਇਹ ਮੇਰੀ ਗਲਤੀ ਸੀ। ਮੈਂ ਉਸ ਦਾ ਚਿਹਰਾ ਆਪਣੇ ਦੋਵੇਂ ਹੱਥਾਂ ਵਿੱਚ ਲਿਆ ਤੇ ਉਸ ਦੇ ਮੱਥੇ ਨੂੰ ਚੁੰਮਿਆ। ਉਸ ਨੂੰ ਉਸ ਦਾ ਆਪਣਾ ਅਧਿਕਾਰ ਦਿੱਤਾ। ਉਹ ਰੋਂਦੇ ਹੋਏ ਮੁਸਕਰਾਉਣ ਲੱਗੀ। ਤਾਂ ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਮੈਂ ਜੋਤ ਨਾਲ ਸਹੀ ਕੀਤਾ ਜਾਂ ਗਲਤ? ਕੀ ਹੁਣ ਮੈਨੂੰ ਜੋਤ ਨੂੰ ਅਪਣਾ ਲੈਣਾ ਚਾਹੀਦਾ ਹੈ ਜਾਂ ਨਹੀਂ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।